हाँ हाँ ठीक है। मैं ਕਿਹਾ ਆਪਾਂ ਲੈਜਿਸਲੇਟਿਵ ਪਾਵਰਸ ਕਰ ਰਹੇ ਸੀਗੇ हाँ भाई हाँ ਤੇ ਲੈਜਿਸਲੇਟਿਵ ਪਾਵਰਸ ਦੇ ਵਿੱਚ ਆਪਾਂ 2 ਪੁਆਇੰਟ ਕਰ ਚੁੱਕੇ ਹਾਂ। ਪਹਿਲਾ ਸੀਗਾ ਵੀ ਉਹਦੀ ਜਿਹੜੀ ਪਾਵਰ ਹੈ ਪ੍ਰੈਜ਼ੀਡੈਂਟ ਦੀ ਪ੍ਰੋਮਲਗੇਟ ਆਰਡੀਨੈਂਸ ਜਾਰੀ ਕਰਨ ਦੀ ਪਾਵਰ ਹੈ, ਉਹਦੇ ਬਾਰੇ ਗੱਲ ਕਰ ਲਈ। ਦੂਜਾ ਉਹ ਸਮਨ ਕਰਦਾ ਕਾਸ ਨੂੰ ਸੈਸ਼ਨਸ ਆਫ ਪਾਰਲੀਮੈਂਟ ਨੂੰ, ਪ੍ਰੋਰੋਗ ਵੀ ਕਰ ਸਕਦਾ, ਸਮਨ ਵੀ ਕਰ ਸਕਦਾ, ਤੇ ਤੀਜੀ ਗੱਲ ਆ ਵੀ ਡਿਸੋਲਵ ਦਾ ਲੋਕ ਸਭਾ। ਠੀਕ ਹੈ। ਫਿਰ ਆਪਾਂ ਦੂਜੇ ਹੋਰ ਕਾਸ ਨੂੰ ਸਮਨ ਕਰ ਸਕਦਾ ਉਹ ਜੁਆਇੰਟ ਸੈਸ਼ਨ ਆਫ ਬੋਥ ਦਾ ਹਾਊਸਸ ਆਫ ਪਾਰਲੀਮੈਂਟ। ਤੇ ਦੂਜੀ ਗੱਲ ਆ ਵੀ ਜਦੋਂ ਜੁਆਇੰਟ ਸੈਸ਼ਨ ਹੋਊਗਾ ਹਨਾ, ਮੈਂ ਤੁਹਾਨੂੰ ਜੁਆਇੰਟ ਸੈਸ਼ਨ ਦੀ ਪ੍ਰੋਵੀਜ਼ਨ ਦੱਸਤੀ ਸੀ ਵੀ ਆਰਟੀਕਲ ਕਿਹੜਾ ਉਹ 108 108 ਹੈ ਜੁਆਇੰਟ ਸੈਸ਼ਨ ਵਾਲਾ, 123 ਹੈ ਆਰਡੀਨੈਂਸ ਦਾ। ਜੁਆਇੰਟ ਸੈਸ਼ਨ ਕਦੋਂ ਹੋਊਗਾ? ਜੁਆਇੰਟ ਸੈਸ਼ਨ ਉਦੋਂ ਹੋਊਗਾ ਜਦੋਂ ਬਿੱਲ ਅੜ ਗਿਆ, ਇੱਕ ਸੈਸ਼ਨ ਨੇ ਪਾਸ ਕਰਤਾ ਦੂਜੇ ਨੇ ਨਾ, ਇੱਕ ਸਦਨ ਨੇ ਜਿਹਨੇ ਨਾ ਕੀਤਾ। ਜੇ ਹੁਣ ਮੰਨ ਬਿੱਲ ਤੁਹਾਡਾ ਅੜ ਗਿਆ ਵੀ ਇੱਕ ਨੇ ਪਾਸ ਕੀਤਾ ਦੂਜੇ ਨੇ ਨਹੀਂ ਕੀਤਾਗਾ, ਤੇ ਫਿਰ ਉਹ ਇਕੱਠਿਆਂ ਨੂੰ ਬਿਠਾਉਣਾ ਪਊਗਾ ਵੀ ਹਾਂ ਦੱਸੋ ਭਾਈ ਕਾਹਤੋਂ ਨਹੀਂ ਕੀਤਾ, ਜੁਆਇੰਟ ਸੈਸ਼ਨ ਸੱਦਣਾ ਪਊਗਾ। हाँ भाई ਸਮਝ ਲੱਗੀ? ਤੇ ਜੁਆਇੰਟ ਸੈਸ਼ਨ ਨੂੰ ਸੱਦੂਗਾ ਕੌਣ? राष्ट्रपति। ਰਾਸ਼ਟਰਪਤੀ। ਕਾਹਤੋਂ ਸੱਦਣਾ ਪਿਆ? ਵੀ ਕਿਉਂਕਿ ਬਿੱਲ ਕਮਜ਼ੋਰ ਸਥਿਤੀ 'ਚ ਪਿਆ, ਬਿੱਲ ਕਾਨੂੰਨ ਨਹੀਂ ਬਣ ਰਿਹਾ। ਗੱਲ ਸਮਝ ਲੱਗ ਗਈ? हाँ भाई ਉਹ ਤਾਂ ਕਰਕੇ ਉਹ ਬਿੱਲ ਨੂੰ ਕਾਨੂੰਨ ਬਣਾਉਣ ਦੇ ਵਾਸਤੇ ਆਪਾਂ ਨੂੰ ਕੀ ਕਰਨਾ ਪਿਆ? ਜੁਆਇੰਟ ਸੈਸ਼ਨ ਸੱਦਣਾ ਪਿਆ। ਠੀਕ ਹੈ। ਤੇ ਉਹ ਜੁਆਇੰਟ ਸੈਸ਼ਨ ਕਿਹਨੇ ਸੱਦਿਆ? ਰਾਸ਼ਟਰਪਤੀ ਨੇ। ਤੇ ਉਸ ਜੁਆਇੰਟ ਸੈਸ਼ਨ ਨੂੰ ਆਹ ਕੁਐਸਚਨ ਕਾਫੀ ਆਉਂਦਾ ਹੁੰਦਾ, ਉਸ ਜੁਆਇੰਟ ਸੈਸ਼ਨ ਨੂੰ ਹੈੱਡ ਕੌਣ ਕਰੂਗਾ? ਸਪੀਕਰ ਆਫ ਲੋਕ ਸਭਾ। ਹੁਣ ਇੱਥੇ ਮੈਂ ਦੁਬਾਰਾ ਤੁਹਾਨੂੰ ਚੀਜ਼ਾਂ ਪੁੱਛਣ ਲੱਗਿਆ, ਦੇਖੋ ਦੋ ਗੱਲਾਂ, ਇੱਕ ਹੁੰਦਾ ਲੀਡਰ ਆਫ ਦਾ ਹਾਊਸ ਤੇ ਇੱਕ ਹੁੰਦਾ ਹੈਡ ਆਫ ਦਾ ਹਾਊਸ, ਜਾਂ ਬਈ ਪ੍ਰੈਜ਼ਾਈਡਿੰਗ ਆਫਿਸਰ। ਪ੍ਰੈਜ਼ਾਈਡਿੰਗ ਆਫਿਸਰ ਕਹਿ ਲਓ ਜਾਂ ਹੈਡ ਆਫ ਦਾ ਹਾਊਸ ਕਹਿ ਲਓ, ਇੱਕ ਹੁੰਦਾ ਲੀਡਰ ਆਫ ਦਾ ਹਾਊਸ। ਠੀਕ ਹੈ। हाँ लीडर ਦੋ ਹੀ ਚੀਜ਼ਾਂ ਯਾਦ ਰੱਖੋ, ਇੱਕ ਲੀਡਰ ਆਫ ਦਾ ਹਾਊਸ ਹੁੰਦਾ, ਇੱਕ ਪ੍ਰੈਜ਼ਾਈਡਿੰਗ ਆਫਿਸਰ ਹੁੰਦਾ। ਪ੍ਰੈਜ਼ਾਈਡਿੰਗ ਆਫਿਸਰ ਦਾ ਕੰਮ ਕੀ ਹੈ? ਹਾਂ, ਪ੍ਰੈਜ਼ਾਈਡਿੰਗ ਆਫਿਸਰ ਦਾ ਕੰਮ ਕੀ ਹੈ ਵੀ ਉਹਨੇ ਜਿਹੜੀਆਂ ਮੀਟਿੰਗਸ ਵਗੈਰਾ ਹੋਣਗੀਆਂ ਵੀ ਉਹਨਾਂ ਦੀ ਪ੍ਰਧਾਨਗੀ ਕਰਨੀ ਹੈ ਹਨਾ। ਵੀ ਕਹਿਣ ਦਾ ਮਤਲਬ ਫਿਰ ਉਹੀ ਗੱਲ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਜਿਵੇਂ ਕਲਾਸ ਦੇ ਵਿੱਚ ਟੀਚਰ ਦਾ ਰੋਲ ਹੁੰਦਾ ਵੀ ਕਲਾਸ ਦੇ ਵਿੱਚ ਡਿਸਿਪਲਿਨ ਬਣਾਈ ਰੱਖਣਾ, ਸਾਰਾ ਕੁਝ ਉਹ ਚੀਜ਼। ਹੁਣ ਵੈਸੇ ਲੀਡਰ ਆਫ ਦਾ ਹਾਊਸ ਤਾਂ ਹੁੰਦਾ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਪ੍ਰਧਾਨ ਮੰਤਰੀ। ਵੀ ਜਿਵੇਂ ਹੁਣ ਮੰਨ ਕੇ ਜੇ ਲੋਕ ਸਭਾ ਦਾ ਜੇ ਲੀਡਰ ਆਫ ਹਾਊਸ ਤੁਹਾਨੂੰ ਕੁਐਸਚਨ 'ਚ ਆ ਜੇ, ਉਹ ਕੌਣ ਹੁੰਦਾ? ਪ੍ਰਾਈਮ ਮਿਨਿਸਟਰ ਹੁੰਦਾ। ਪਰ ਜੇ ਕਹਦਾ ਵੀ ਉਹਨੂੰ ਹੈੱਡ ਕੌਣ ਕਰੂਗਾ ਲੋਕ ਸਭਾ ਨੂੰ, ਜਾਂ ਪ੍ਰੈਜ਼ਾਈਡਿੰਗ ਆਫਿਸਰ ਲੋਕ ਸਭਾ ਦਾ ਕੌਣ ਆ? ਉਹ ਆ ਸਪੀਕਰ। ਐਂ ਰਾਜ ਸਭਾ ਦੇ ਵਿੱਚ ਕੌਣ ਹੁੰਦਾ? ਜਿਹੜਾ ਕੁਰਸੀ ਤੇ ਵੱਡੀ ਕੁਰਸੀ ਤੇ ਬੈਠਾ ਹੁੰਦਾ, ਹਰਜੀਤ ਚਾਹਿਆ ਬੈਠਾ ਹੁੰਦਾ, चेयरमैन। ਹਾਂ ਰਾਜ ਸਭਾ ਦੇ ਵਿੱਚ ਉਹੀ ਸਪੀਕਰ ਨਹੀਂ ਹੁੰਦਾ, ਰਾਜ ਸਭਾ ਦੇ ਵਿੱਚ ਕੀ ਹੁੰਦਾ? ਚੇਅਰਮੈਨ ਹੁੰਦਾ। ਸੋ ਹੁਣ ਗੱਲ ਇਹ ਹੈ ਵੀ ਜਦੋਂ ਹੁਣ ਜੁਆਇੰਟ ਸੈਸ਼ਨ, ਜਦੋਂ ਤੱਕ ਇਕੱਲੇ ਸੈਸ਼ਨ ਹੋ ਰਹੇ ਸੀ, ਲੋਕ ਸਭਾ ਦਾ ਅੱਡ ਹੋ ਰਿਹਾ ਸੀਗਾ, ਰਾਜ ਸਭਾ ਦਾ ਅੱਡ ਹੋ ਰਿਹਾ ਸੀਗਾ, ਉਦੋਂ ਲੋਕ ਸਭਾ ਨੂੰ ਪ੍ਰੈਜ਼ਾਈਡ ਕੌਣ ਕਰ ਰਿਹਾ? ਲੋਕ ਸਭਾ ਨੂੰ ਪ੍ਰੈਜ਼ਾਈਡ ਕੌਣ ਕਰਦਾ ਸੀ? स्पीकर। ਬੋਲੋ ਸਾਰੇ ਬਲਤੇਜ। ਲੋਕ ਸਭਾ ਨੂੰ ਪ੍ਰੈਜ਼ਾਈਡ ਕੌਣ ਕਰਦਾ? ਸਪੀਕਰ। ਰਾਜ ਸਭਾ ਨੂੰ ਪ੍ਰੈਜ਼ਾਈਡ ਕੌਣ ਕਰ ਰਿਹਾ ਸੀ? ਚੇਅਰਮੈਨ। ਠੀਕ ਹੈ। ਅਸਲ 'ਚ ਚੇਅਰਮੈਨ ਜਿਹੜਾ ਹੁੰਦਾ ਨਾ ਉਹ ਵਾਈਸ ਪ੍ਰੈਜ਼ੀਡੈਂਟ ਹੁੰਦਾ। ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ? ਵਾਈਸ ਪ੍ਰੈਜ਼ੀਡੈਂਟ। ਇਹ ਵੀ ਚੀਜ਼ ਯਾਦ ਹੋਊਗੀ। ਠੀਕ ਹੈ। ਜਿੰਨੀਆਂ ਚੀਜ਼ਾਂ ਮੈਂ ਬੋਲੀ ਜਾਂਦਾ ਨਾ ਇਹਨੂੰ ਤੁਸੀਂ ਇੱਕ ਵਾਰੀ ਕਾਪੀ ਤੇ ਲਿਖ ਹੀ ਲਿਓ। ਇਹ ਬਾਅਦ ਵਿੱਚ ਆਪਾਂ ਜਦੋਂ ਉਹ ਗਾਂਹ ਵਾਲੇ ਟੌਪਿਕ ਕਰਾਂਗੇ ਉਹ 'ਚ ਸੌਖੇ ਰਵਾਂਗੇ। ਠੀਕ ਹੈ। ਸੋ ਹੁਣ ਇੰਨਾ ਪਤਾ ਲੱਗ ਗਿਆ, ਜਦੋਂ ਕੱਲਾ ਸੈਸ਼ਨ ਹੋ ਰਿਹਾ ਸੀਗਾ, ਲੋਕ ਸਭਾ ਦਾ 8 ਸੈਸ਼ਨ ਸੀਗਾ, ਰਾਜ ਸਭਾ ਦਾ 8 ਸੈਸ਼ਨ ਸੀ, ਉਦੋਂ ਪ੍ਰੈਜ਼ਾਈਡਿੰਗ ਆਫਿਸਰ ਕੌਣ ਸੀ? ਲੋਕ ਸਭਾ ਦੇ ਵਿੱਚ ਸਪੀਕਰ ਸੀ, ਰਾਜ ਸਭਾ ਦੇ ਵਿੱਚ ਚੇਅਰਮੈਨ ਸੀ। ਪਰ ਹੁਣ ਜੁਆਇੰਟ ਸੈਸ਼ਨ ਹੋਈ ਜਾਂਦਾ ਦੋਵਾਂ ਦਾ, ਤੇ ਜੁਆਇੰਟ ਸੈਸ਼ਨ ਦੇ ਵਿੱਚ ਤੁਹਾਡੇ ਹਿਸਾਬ ਨਾਲ ਸਪੀਕਰ ਕੌਣ ਹੋਊਗਾ? ਉਹ ਤਾਂ ਹੁਣ ਤੁਹਾਨੂੰ ਦੱਸ ਹੀ ਦਿੱਤਾ ਹੋਇਆ ਹੈ ਨਾ। ਸੋ ਸਪੀਕਰ ਕੌਣ ਹੋਊਗਾ ਜੁਆਇੰਟ ਸੈਸ਼ਨ ਦੇ ਵਿੱਚ? ਸਪੀਕਰ, ਲੋਕ ਸਭਾ ਦਾ ਸਪੀਕਰ। ਲੋਕ ਸਭਾ ਦਾ ਹੋ ਜਾਂਦਾ ਕੀ ਹੋਊਗਾ ਬਾਈ? ਜਿਹੜਾ ਪ੍ਰੈਜ਼ਾਈਡਿੰਗ ਆਫਿਸਰ ਹੋਊਗਾ ਜੁਆਇੰਟ ਸੈਸ਼ਨ ਦੇ ਵਿੱਚ ਕੌਣ ਹੋਊਗਾ? ਲੋਕ ਸਭਾ ਦਾ ਸਪੀਕਰ।
ਸਮਝ ਲੱਗ ਠੀਕ ਗਈ ਹੈ ਬਈ, ਸਪੀਕਰ ਆਫ ਲੋਕ ਸਭਾ। ਠੀਕ ਹੈ। ਜਦੋਂ Joint ਕੱਲੇ session ਸੈਸ਼ਨ ਜਦੋਂ ਕੱਲੇ ਸੈਸ਼ਨ ਸੀ ਉਹਦਾ ਲੋਕ ਸਭਾ ਦਾ ਅਲੱਗ ਸੀਗਾ, ਰਾਜ ਸਭਾ ਦਾ ਅਲੱਗ ਸੀ। ਲੋਕ ਸਭਾ ਦਾ ਉਦੋਂ ਪ੍ਰੈਜ਼ਾਈਡਿੰਗ ਆਫੀਸਰ ਕੌਣ ਸੀ? ਉਦੋਂ ਸਪੀਕਰ, ਲੋਕ Speaker। ਸਭਾ ਹਾਂ, ਸਪੀਕਰ ਲੋਕ ਸਭਾ ਦਾ ਸੀਗਾ ਸਪੀਕਰ। ਰਾਜ ਸਭਾ ਦਾ ਪ੍ਰੈਜ਼ਾਈਡਿੰਗ ਆਫੀਸਰ ਸੀਗਾ ਚੇਅਰਮੈਨ, ਜਿਹਨੂੰ ਆਪਾਂ ਚੇਅਰਮੈਨ। ਵਾਈਸ ਪ੍ਰੈਜ਼ੀਡੈਂਟ ਹੀ ਚੇਅਰਮੈਨ ਹੁੰਦਾ ਹੈ ਨਾ, ਜਾਂ ਆਪਾਂ ਵਾਈਸ ਪ੍ਰੈਜ਼ੀਡੈਂਟ ਕਹਿ ਸਕਦੇ ਹਾਂ। ਤੇ ਪਰ ਜਦੋਂ ਅੱਛਾ, ਉਹ ਵੀ ਜੁਆਇੰਟ ਹੁੰਦਾ ਸੈਸ਼ਨ ਸੀ ਆਇਆ, ਸਾਡੇ। ਜੁਆਇੰਟ ਸੈਸ਼ਨ ਨੂੰ ਸੱਦਿਆ ਪ੍ਰੈਜ਼ੀਡੈਂਟ ਨੇ, ਸੰਮਣ ਕਿਹਨੇ ਕੀਤਾ? ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਨੇ। ਬਟ ਉਹਨੂੰ ਪ੍ਰੈਜ਼ਾਈਡ ਕੌਣ ਕਰੂਗਾ, ਉਹਦਾ ਹੈੱਡ ਕੌਣ ਹੋਊਗਾ ਉਸ ਮੀਟਿੰਗ ਦਾ, ਉਸ ਸੈਸ਼ਨ ਦਾ? ਸਪੀਕਰ ਆਫ ਲੋਕ ਸਭਾ। ਰਾਜ ਸਭਾ ਦਾ ਚੇਅਰਮੈਨ ਨਹੀਂ ਹੋਊਗਾ, ਲੋਕ ਸਭਾ ਦਾ ਸਪੀਕਰ ਹੋਊਗਾ। ਇਹ ਕੁਐਸਚਨ ਆਉਂਦਾ ਉੱਥੇ ਆਪਸ਼ਨ ਉਹ ਪ੍ਰੈਜ਼ੀਡੈਂਟ ਦੀ ਵੀ ਦੇ ਦਿੰਦੇ ਆ, ਤੇ ਆਪਾਂ ਨੂੰ ਐਂ ਲੱਗਦਾ ਪ੍ਰੈਜ਼ੀਡੈਂਟ ਹੀ ਉਹਨੂੰ ਪ੍ਰੈਜ਼ਾਈਡ ਕਰੂਗਾ। ਪ੍ਰੈਜ਼ੀਡੈਂਟ ਨੇ ਸਿਰਫ ਸੱਦਣਾ। ਗੱਲ ਧਿਆਨ ਚ ਆਈ ਕਿ ਨਹੀਂ ਆਈ? ਹਾਂ, ਲੱਗ ਗਿਆ ਤਾਂ ਹੈ ਉਹ ਪ੍ਰੈਜ਼ਾਈਡਿੰਗ ਜੁਆਇੰਟ ਸੈਟਿੰਗ ਵਿੱਚ ਸੱਦਣਾ, ਜੁਆਇੰਟ ਸੈਟਿੰਗ ਵਿੱਚ ਪ੍ਰੈਜ਼ੀਡੈਂਟ ਦਾ ਕੰਮ ਉਹਨੂੰ ਸੱਦਣਾ ਹੁੰਦਾ, ਜੁਆਇੰਟ ਸੈਟਿੰਗ ਨੂੰ ਬੁਲਾਉਣਾ ਹੁੰਦਾ ਪ੍ਰੈਜ਼ੀਡੈਂਟ ਦਾ ਕੰਮ। ਹਾਂ ਹੈਡ ਹੁੰਦਾ ਉਹਦਾ ਜਿਹੜਾ, ਉਹ ਹੁੰਦਾ ਲੋਕ ਸਭਾ ਦਾ ਹੁੰਦਾ ਸਪੀਕਰ, ਰਾਜ ਸਭਾ ਦਾ ਚੇਅਰਮੈਨ ਨਹੀਂ ਹੋਊਗਾ ਉੱਥੇ ਲੋਕ ਸਭਾ ਸਪੀਕਰ ਹੋਊਗਾ ਹਾਂ, ਜੁਆਇੰਟ ਕਿਉਂਕਿ ਸੈਟਿੰਗ ਹੁਣ ਦੇਖੋ ਨਾ, ਕੰਪੀਟੀਸ਼ਨ ਤਾਂ ਦੋਵਾਂ 'ਚ ਸੀ ਵੀ ਹੁਣ ਦੋਵੇਂ ਹਾਊਸ ਇਕੱਠੇ ਆ ਗਏ ਨਾ, ਲੋਕ ਸਭਾ ਵੀ ਤੇ ਰਾਜ ਸਭਾ ਵੀ। ਤੇ ਹੁਣ ਲੋਕ ਸਭਾ ਦੇ ਵਿੱਚ ਉਹ ਪ੍ਰਧਾਨਗੀ ਕਰਦਾ ਸੀ, ਰਾਜ ਸਭਾ 'ਚ ਉਹ ਕਰਦਾ ਸੀਗਾ ਬੈਠਕਾਂ ਦੀ, ਜਿਹੜੇ ਸੈਸ਼ਨਸ ਦੀ ਪ੍ਰਧਾਨਗੀ ਉਹ ਕਰਦਾ ਹੈ। ਤੇ ਹੁਣ ਜਦੋਂ ਉਹ ਦੋਵੇਂ ਇਕੱਠੇ ਆ ਗਏ, ਹੁਣ ਪ੍ਰਧਾਨਗੀ ਦਾ ਰੌਲਾ ਤਾਂ ਪੈਣਾ ਚਾਹੀਦਾ ਨਾ, ਵੀ ਹੁਣ ਮੈਂ ਪ੍ਰਧਾਨ ਕਿ ਤੂੰ ਪ੍ਰਧਾਨ ਹੈ। ਤੇ ਪਰ ਉੱਥੇ ਫਿਰ ਉਹ ਲੋਕ ਸਭਾ ਵਾਲਿਆਂ ਨੂੰ ਜ਼ਿਆਦਾ ਮਾਨਤਾ ਮਿਲਦੀ ਹੈ, ਫਿਰ ਉਹ ਲੋਕ ਸਭਾ ਦਾ ਸਪੀਕਰ ਹੁੰਦਾ ਅਸਲ 'ਚ। ਇੰਨਾ ਪਤਾ ਲੱਗ ਗਿਆ? ਉਹਨੇ ਥੋੜਾ ਸੀਟਾਂ ਜ਼ਿਆਦਾ ਹੋਣ ਕਰਕੇ ਹੋ ਸਕਦਾ। ਹਾਂ ਉਹੀ ਹੈ ਚੀਜ਼ਾਂ, ਉਹੀ ਗੱਲਾਂ। ਨਹੀਂ, ਉਹ ਤਾਂ ਪਤਾ ਲੱਗ ਗਿਆ ਬਈ। ਹਾਂ, ਨਹੀਂ, ਜਿਹੜਾ ਚੇਅਰਮੈਨ ਹੁੰਦਾ ਉਹ ਪ੍ਰੈਜ਼ੀਡੈਂਟ ਨਹੀਂ ਆਂਦੇ, ਵਾਈਸ ਪ੍ਰੈਜ਼ੀਡੈਂਟ ਹੁੰਦਾ ਚੇਅਰਮੈਨ। ਰਾਜ ਸਭਾ ਦਾ ਚੇਅਰਮੈਨ ਅੱਛਾ, ਹੁੰਦਾ ਹੀ ਵਾਈਸ ਪ੍ਰੈਜ਼ੀਡੈਂਟ ਆ। ਜਿਵੇਂ ਲੋਕ ਸਭਾ ਦਾ ਠੀਕ ਹੈ ਬਈ। ਸਪੀਕਰ ਤਾਂ ਵੀ ਆਈ ਵਾਰੀ ਬਦਲਦਾ, ਵੀ ਉਹ ਜਦੋਂ ਹੁਣ ਮੰਨ ਕੇ ਚੱਲੋ ਉਹ ਆਪਣੀਆਂ ਵੋਟਾਂ ਪੈ ਕੇ ਹਟਦੀਆਂ, ਉਦੋਂ ਬਾਅਦ ਚ ਲੋਕ ਸਭਾ ਦਾ ਸਪੀਕਰ ਉਹ ਲਾਉਂਦੇ ਆ, ਆਪਦੇ ਵਿੱਚੋਂ ਹੀ ਚੁਣਦੇ ਆ। ਲੋਕ ਸਭਾ ਦਾ ਸਪੀਕਰ ਵੀ ਆਪਦੇ ਵਿੱਚੋਂ ਚੁਣਦੇ ਆ, ਉਹਦੇ ਵਿੱਚੋਂ ਹੀ ਹਾਂ ਹੁੰਦਾ। ਬਈ। ਉਸਦੇ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਉਹ ਸਿੱਧਾ ਹੀ ਚੇਅਰਮੈਨ ਬਸ ਲੱਗ ਜਾਂਦਾ ਉਹਦੇ ਚ ਆ ਕੇ, ਵੀ ਵੋਟਾਂ ਠੀਕ ਉਹਦੀਆਂ ਹੈ। ਵਾਈਸ ਪ੍ਰੈਜ਼ੀਡੈਂਟ ਦੀਆਂ ਹੋਈਆਂ ਹੁੰਦੀਆਂ, ਪਰ ਵਾਈਸ ਪ੍ਰੈਜ਼ੀਡੈਂਟ ਹੀ ਚੇਅਰਮੈਨ ਹੁੰਦਾ ਰਾਜ ਸਭਾ ਦਾ। ਵੀ ਰਾਜ ਸਭਾ ਦੇ ਮੈਂਬਰ ਆਪਦੇ ਵਿੱਚੋਂ ਨਹੀਂ ਚੁਣਦੇ, ਜਿਵੇਂ ਲੋਕ ਸਭਾ ਦੇ ਮੈਂਬਰ ਆਪਦੇ ਵਿੱਚੋਂ ਸਪੀਕਰ ਨੂੰ ਚੁਣਦੇ ਆ, ਸਮਝ ਗਏ ਬਈ। ਤੇ ਰਾਜ ਸਭਾ ਦਾ ਜਿਹੜਾ ਚੇਅਰਮੈਨ ਆ ਉਹ ਰਾਜ ਸਭਾ ਦੇ ਮੈਂਬਰਾਂ ਨੇ ਆਪਦੇ ਵਿੱਚੋਂ ਨਹੀਂ ਚੁਣਿਆ ਹੁੰਦਾ। ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ? ਵਾਈਸ ਪ੍ਰੈਜ਼ੀਡੈਂਟ। ਠੀਕ ਹੈ। ਸਮਝ ਲੱਗ ਗਈ? ਹਾਂ। ਸੋ ਹੁਣ ਵਾਈਸ ਪ੍ਰੈਜ਼ੀਡੈਂਟ ਆਪਣਾ ਕੌਣ ਆ? ਵੈਂਕਈਆ ਨਾਇਡੂ। ਤੇ ਸਪੀਕਰ ਇਸ ਵਕਤ ਕੌਣ ਆ? ਓਮ ਬਿਰਲਾ। ਇਹ ਯਾਦ ਕਰਿਓ ਜੀ, ਓਮ ਬਿਰਲਾ ਹੁਣ ਆਪਣਾ ਸਪੀਕਰ ਹੈ ਇਸ ਵਕਤ। ਉਹ ਸਪੈਲਿੰਗ ਕੀ ਹੈ ਦੂਜੇ ਤੇ, ਰਾਜ ਸਭਾ ਵਾਲੇ ਦੀ? ਯਾਰ ਉਹ ਕੋਈ ਨਾ, ਵੈਂਕਈਆ ਨਾਇਡੂ ਆ, ਉਹ ਤੁਸੀਂ ਉੱਥੇ ਵੇਖ ਲਈ। ਵੈਂਕਈਆ VAIN KYA, ਵੈਂਕਈਆ ਨਾਇਡੂ NAIDU। ਨਾਇਡੂ, ਡੀਯੂ, ਠੀਕ ਹੈ। ਠੀਕ ਹੈ, ਅੱਗੇ ਵੇਖੋ। ਹੀ ਕੈਨ ਅਪੁਆਇੰਟ, ਅੱਗੇ ਵੇਖੋ, ਐਡਰੈਸ ਦਾ ਪਾਰਲੀਮੈਂਟ ਐਟ ਦਾ ਕਮੈਂਸਮੈਂਟ ਆਫ ਫਸਟ ਸੈਸ਼ਨ ਆਫਟਰ ਈਚ ਈਅਰ ਜਨਰਲ ਇਲੈਕਸ਼ਨ ਐਂਡ ਫਸਟ ਸੈਸ਼ਨ ਆਫ ਈਚ ਈਅਰ। ਠੀਕ ਹੈ, ਉਦੋਂ ਬਾਅਦ ਵਿੱਚ ਕੀ ਹੈ? ਹੁਣ ਆਪਾਂ ਸੈਸ਼ਨਾਂ ਦੀ ਗੱਲ ਕਰ ਲਈ। ਕਾਹਦੀ ਗੱਲ ਕੀਤੀ ਸੀ? ਸੈਸ਼ਨਾਂ ਦੀ ਕੀਤੀ ਸੀ ਨਾ। 3 ਸੈਸ਼ਨ ਹੁੰਦੇ ਆ। ਹੈਲੋ, ਕਿਹੜੇ ਸੈਸ਼ਨ ਹੁੰਦੇ? ਹਾਂ ਕੀਤੀ ਸੀ। 3 ਸੈਸ਼ਨ ਕਿਹੜੇ ਹੁੰਦੇ ਆ? ਬਜਟ, ਮਾਨਸੂਨ ਤੇ ਵਿੰਟਰ ਵੇ। ਹਾਂ, ਠੀਕ ਹੈ। 3 ਸੈਸ਼ਨਸ ਆਫ ਪਾਰਲੀਮੈਂਟ। ਠੀਕ ਹੈ, ਕਿਹੜੇ ਸੀ? ਬਜਟ, ਦੂਜਾ ਕਿਹੜਾ ਸੀ? ਮਾਨਸੂਨ, ਤੀਜਾ ਵਿੰਟਰ ਵੇ। ਵਿੰਟਰ। ਇਹ 3 ਸੈਸ਼ਨ ਸੀਗੇ। ਠੀਕ ਹੈ, ਪਹਿਲਾ ਸੈਸ਼ਨ ਕਿਹੜਾ ਹੁੰਦਾ? ਬਜਟ ਵੇ। ਹਾਂ, ਫਸਟ ਸੈਸ਼ਨ ਹੁੰਦਾ ਆਫ ਈਚ ਈਅਰ।
ਕਿਹੜਾ ਹੁੰਦਾ ਬਜਟ ਸੈਸ਼ਨ। ਤੇ ਸਾਰਿਆਂ ਤੋਂ ਲੰਮਾ ਸੈਸ਼ਨ ਕਿਹੜਾ ਹੁੰਦਾ ਲੌਂਗੇਸਟ ਸੈਸ਼ਨ ਆਫ ਦ ਵਾਈਟ ਈਅਰ। ਵੀ ਹਾਂ ਬਸ ਐ ਨੋਟਸ ਬਣਾਉਣੇ ਹੁੰਦੇ ਛੋਟੇ ਛੋਟੇ। ਲੰਮਾ ਕਿਹੜਾ ਹੁੰਦਾ ਸੀ ਨਾ ਬੋਲਦੇ ਬਜਟ ਹੀ ਵਾਈਟ ਵਾਈਟ ਹੀ ਹੁੰਦਾ 2 ਮਹੀਨੇ ਵਾਂਗੂ ਚੱਲਦਾ ਹੈ। ਹੁਣ ਜਿਹੜਾ ਇਹਨਾਂ ਆਹ ਦੇ ਪੁਆਇੰਟ ਆ ਜਿਹੜੇ ਪੁਆਇੰਟ ਦੀ ਆਪਾਂ ਹੁਣ ਗੱਲ ਕਰ ਰਹੇ ਹਾਂ ਠੀਕ ਹੈ ਇਹਨਾਂ ਦਾ ਤੁਹਾਨੂੰ ਟਾਈਮ ਪੀਰੀਅਡ ਦਾ ਵੀ ਪਤਾ ਨਾ। ਵਾਈਟ ਸੈਸ਼ਨ ਆ ਜਿਹੜਾ ਉਹ ਫਰਵਰੀ ਚ ਸ਼ੁਰੂ ਹੁੰਦਾ, ਮੌਨਸੂਨ ਸੈਸ਼ਨ ਜੁਲਾਈ ਚ ਸ਼ੁਰੂ ਹੁੰਦਾ, ਆ ਪਰਸੋਂ ਹੋਇਆ ਹੈ ਜੀ। ਵਿੰਟਰ ਸੈਸ਼ਨ ਦਸੰਬਰ ਦੇ ਵਿੱਚ ਹੁੰਦਾ। ਹੁਣ ਆਪਾਂ ਜਿਹੜਾ ਇਹ ਪੁਆਇੰਟ ਕਰ ਰਹੇ ਹਾਂ ਪ੍ਰੈਜ਼ੀਡੈਂਟ ਵਾਲਾ, ਵੀ ਪ੍ਰੈਜ਼ੀਡੈਂਟ ਕੀ ਕਰਦਾ ਹਰੇਕ ਜਿਹੜੀ ਲੋਕ ਸਭਾ, ਜਦੋਂ ਹੁਣ ਲੋਕ ਸਭਾ ਮੰਨ ਕੇ ਚੱਲੋ ਮੋਦੀ ਗਵਰਨਮੈਂਟ ਬਣੀ ਆ 2019 ਦੇ ਵਿੱਚ ਹਨਾ, ਐਮਪੀ ਚੁਣੇ ਗਏ, ਐਮਪੀਆਂ ਨੇ ਪਹਿਲੀ ਵਾਰੀ ਲੋਕ ਸਭਾ ਦੇ ਵਿੱਚ ਆਉਣਾ। ਗੱਲ ਸਮਝ ਲੱਗੀ ਕਿ ਨਹੀਂ? ਹਾਂ ਬਈ ਐਮਪੀ ਚੁਣੇ ਗਏ, ਉਹਨਾਂ ਨੇ ਪਹਿਲੀ ਵਾਰੀ ਲੋਕ ਸਭਾ ਦੇ ਵਿੱਚ ਆਉਣਾ ਹਨਾ। ਤੇ ਉਹ ਜਦੋਂ ਪਹਿਲੀ ਵਾਰੀ ਲੋਕ ਸਭਾ ਦੇ ਵਿੱਚ ਆਉਣਗੇ ਉਦੋਂ ਜਿਹੜਾ ਪਹਿਲਾ ਉਹਨਾਂ ਦਾ ਸੈਸ਼ਨ ਹੋਊਗਾ, ਉਸ ਸੈਸ਼ਨ ਨੂੰ ਪਹਿਲਾ ਬੰਦਾ ਕੌਣ ਐਡਰੈਸ ਕਰੂਗਾ? ਪ੍ਰੈਜ਼ੀਡੈਂਟ। ਵੀ ਨਵੇਂ ਆਇਆਂ ਦਾ ਇੱਕ ਹਿਸਾਬ ਦਾ ਜੀ ਆਇਆਂ ਨੂੰ ਕਰੂਗਾ ਵੀ ਹਾਂਜੀ ਤੁਸੀਂ ਨਵੇਂ ਐਮਪੀ ਆਏ ਆ, ਪਾਰਲੀਮੈਂਟ ਦੇ ਵਿੱਚ ਆਏ ਆ, ਤੁਸੀਂ ਆਪਦਾ ਹਨਾ ਵੀ ਵਧੀਆ ਤਰੀਕੇ ਨਾਲ ਕੰਮ ਕਰਿਓ, ਆਪਦੀਆਂ ਡਿਊਟੀਆਂ ਨਿਭਾਇਓ। ਵੀ ਪਹਿਲੇ ਨੰਬਰ ਤੇ ਜਿਵੇਂ ਹੁਣ ਮੰਨ ਕੇ ਚੱਲੋ ਯਾਰ ਨਵਾਂ ਸੈਸ਼ਨ ਸ਼ੁਰੂ ਹੋਊਗਾ ਸਕੂਲ ਦੇ ਵਿੱਚ, ਚੱਲੋ ਨਵਾਂ ਸੈਸ਼ਨ ਸ਼ੁਰੂ ਹੋਊਗਾ ਸਕੂਲ ਦੇ ਵਿੱਚ, ਪਹਿਲਾ ਭਾਸ਼ਣ ਕੌਣ ਦੇਊਗਾ ਜਵਾਕਾਂ ਨੂੰ? ਪ੍ਰਿੰਸੀਪਲ ਹੀ ਦੇਊਗਾ ਨਾ, ਵੀ ਕਿਉਂਕਿ ਹੈਡ ਆ ਸਕੂਲ ਦਾ ਉਹ। ਗੱਲ ਸਮਝ ਲੱਗੀ? ਹਾਂ ਜੀ। ਹੁਣ ਉਵੇਂ ਪਾਰਲੀਮੈਂਟ ਦੇ ਵਿੱਚ ਵੀ ਜੇ ਆਪਾਂ ਵੈਸੇ ਵੇਖੀਏ ਵੀ ਵੈਸੇ ਤਾਂ ਐਗਜ਼ੈਕਟਿਵ ਹੈਡ ਹੁੰਦਾ ਆਪਣਾ ਪ੍ਰੈਜ਼ੀਡੈਂਟ, ਪਰ ਜੇ ਆਪਾਂ ਕਾਨੂੰਨ ਵੀ ਬਣਾਉਣਾ, ਕਾਨੂੰਨ ਤੇ ਐਂਡ ਨੂੰ ਸਾਈਨ ਕਿਹਦੇ ਚੱਲਦੇ ਆ? ਲਾਸਟ ਤੀਜਾ ਸਟੈਪ ਕੀ ਹੁੰਦਾ ਕਾਨੂੰਨ ਬਣਾਉਣ ਚ? ਪ੍ਰੈਜ਼ੀਡੈਂਟ ਦੇ ਸਾਈਨ। ਸੋ ਵੈਸੇ ਵੇਖੀਏ ਵੀ ਇਹਦਾ ਵੀ ਤਾਂ ਇੱਕ ਹਿਸਾਬ ਦਾ ਹੈਡ ਹੀ ਹੈ ਨਾ। ਪਾਰਲੀਮੈਂਟ ਦੇ ਵਿੱਚ ਵੀ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਚ ਵੀ ਸਾਰਿਆਂ ਤੋਂ ਟੌਪ ਤੇ ਕੌਣ? ਪ੍ਰੈਜ਼ੀਡੈਂਟ ਹੀ ਹੈ। ਠੀਕ ਹੈ। ਹੈਲੋ। ਸੋ ਤਾਂ ਕਰਕੇ ਜਦੋਂ ਕੋਈ ਵੀ ਲੋਕ ਸਭਾ ਆਉਂਦੀ ਹੈ ਹਨਾ ਨਵੀਂ, ਉਹਦਾ ਫਸਟ ਸੈਸ਼ਨ ਨੂੰ ਐਡਰੈਸ ਕੌਣ ਕਰਦਾ? ਉਹ ਪ੍ਰੈਜ਼ੀਡੈਂਟ। ਫਸਟ ਸੈਸ਼ਨ ਆਫ ਨਿਊਲੀ ਇਲੈਕਟਡ ਲੋਕ ਸਭਾ। ਸਮਝ ਲਾ ਕਿ ਇੱਕ ਤਾਂ ਉਸ ਚੀਜ਼ ਨੂੰ ਇਹ ਐਡਰੈਸ ਕਰੂਗਾ ਪਹਿਲੇ ਸੈਸ਼ਨ ਨੂੰ, ਫਿਰ also address the first session of each year। ਸਮਝ ਲੱਗੀ? ਨਹੀਂ ਬਈ। ਫਸਟ ਸੈਸ਼ਨ ਕਿਹੜਾ ਹੁੰਦਾ ਹਰੇਕ ਸਾਲ ਦਾ? ਅੱਛਾ ਹਨ ਵਾਈਟ ਸੈਸ਼ਨ। ਬਸ ਉਹੀ ਚੀਜ਼ ਹੈ। ਸਮਝ ਲੱਗੀ? ਵੀ ਇੱਕ ਤਾਂ ਵਾਈਟ ਸੈਸ਼ਨ ਦਾ ਜਿਹੜਾ ਪਹਿਲਾ ਭਾਸ਼ਣ ਦੇਊਗਾ ਉਹ ਦੇਊਗਾ ਹਨਾ, ਤੇ ਇੱਕ ਜਦੋਂ ਹੁਣ ਮੰਨ ਕੇ ਚਲੋ ਜਦੋਂ ਨਵੀਂ ਸਰਕਾਰ ਬਣਦੀ ਆ ਉਦੋਂ ਉਹ ਪਹਿਲਾ ਭਾਸ਼ਣ ਦਿੰਦਾ। ਟੋਟਲ ਆਪਾਂ ਜੇ ਆਪਾਂ ਵੇਖੀਏ ਬਈ 5 ਸਾਲ ਹੁਣ ਸਰਕਾਰ ਰਹਿੰਦੀ ਹੈ ਨਾ, 5 ਭਾਸ਼ਣ ਤਾਂ ਉਹ ਸਿੱਧੇ ਹੀ ਦੇਊਗਾ ਹਰੇਕ ਸਾਲ। ਜੇ ਹੁਣ ਮੰਨ ਕੇ ਚਲੋ 2019 ਦੇ ਵਿੱਚ ਜਦੋਂ ਮੋਦੀ ਸਰਕਾਰ ਆਈ, ਪਹਿਲਾਂ ਤਾਂ ਸਰਕਾਰ ਬਣਨ ਸਾਰ ਜਦੋਂ ਮਈ ਦੇ ਵਿੱਚ ਉਹਨਾਂ ਨੇ ਪਹਿਲੀ ਵਾਰੀ ਇਕੱਠੇ ਹੋਏ ਹਨਾ, ਇੱਕ ਭਾਸ਼ਣ ਤਾਂ ਰਾਸ਼ਟਰਪਤੀ ਨੇ ਦਿੱਤਾ ਉਦੋਂ। ਫਿਰ 2020 ਸਾਲ ਆਇਆ ਹਨਾ, 2020 ਦਾ ਜਿਹੜਾ ਵਾਈਟ ਸੈਸ਼ਨ ਉਹਨੂੰ ਵੀ ਐਡਰੈਸ ਕਰੂਗਾ, 2021 ਦੇ ਵਾਈਟ ਸੈਸ਼ਨ ਨੂੰ ਵੀ ਐਡਰੈਸ ਕਰੂਗਾ ਪ੍ਰੈਜ਼ੀਡੈਂਟ, 2022 ਦੇ ਨੂੰ ਵੀ, 2023 ਦੇ ਨੂੰ ਵੀ, ਤੇ 2024 ਦੇ ਨੂੰ ਵੀ ਕਰੂਗਾ। ਤੇ ਜਦੋਂ 2024 ਆ ਗਿਆ ਹਨਾ, ਕਿਉਂਕਿ ਵਾਈਟ ਸੈਸ਼ਨ ਫਰਵਰੀ ਚ ਹੋਣਾ ਹੁੰਦਾ, ਤੇ ਵੋਟਾਂ ਜਿਹੜੀਆਂ ਲਗਭਗ ਆਪਣੀਆਂ ਅਪ੍ਰੈਲ ਮਈ ਚ ਪੈਂਦੀਆਂ ਹਨਾ। ਸੋ ਕਹਿਣ ਦਾ ਮਤਲਬ ਕੀ ਆ ਵੀ ਪ੍ਰੈਜ਼ੀਡੈਂਟ ਇੱਕ ਸਰਕਾਰ ਦੇ 6 ਸੈਸ਼ਨਾਂ ਨੂੰ ਐਡਰੈਸ ਕਰਦਾ ਟੋਟਲ। ਦਿਮਾਗ 'ਚ ਗੱਲ ਬੈਠੀ? ਵੀ 5 ਤਾਂ ਉਹਨਾਂ ਕੋਲੇ ਸਾਲ ਹੁੰਦੇ ਆ, 5 ਸਾਲ ਵਾਈਟ ਸੈਸ਼ਨ ਨੂੰ ਤਾਂ 5 ਵਾਈਟ ਸੈਸ਼ਨਾਂ ਨੂੰ ਤਾਂ ਉਹਨੇ ਕਰਨਾ ਹੀ ਕਰਨਾ। ਠੀਕ ਹੈ। ਤੇ ਪਲੱਸ ਇੱਕ ਕਿਹੜਾ ਹੋ ਜਾਂਦਾ, ਇੱਕ ਹੋਰ ਕਿਹੜਾ ਆ ਜਾਂਦਾ ਜਿਹੜਾ ਵੀ ਨਵੀਂ ਇਲੈਕਟਡ ਜਿਹੜੀ ਗਵਰਨਮੈਂਟ ਆ ਉਹਦਾ ਪਹਿਲਾ ਸੈਸ਼ਨ ਹੋ ਗਿਆ। ਠੀਕ।
ਠੀਕ ਹੈ। ਸੋ ਮੇਨ ਬਸ ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ ਵੀ ਐਡਰੈਸ ਦਾ ਫਸਟ ਸੈਸ਼ਨ ਆਫ ਨਿਊਲੀ ਇਲੈਕਟਡ ਲੋਕ ਸਭਾ ਤੇ ਐਂਡ ਫਸਟ ਸੈਸ਼ਨ ਆਫ ਈਚ ਈਅਰ। ਸਮਝ ਲੱਗ ਗਈ? ਹਾਂ ਵੜ ਗਈ ਦਿਮਾਗ ਦੀ ਗੱਲ ਕਿ ਨਹੀਂ ਵੜੀ? ਬੋਲੋ ਯਾਰ। ਵੜ ਗਈ। ਲਾਗੇ ਵਧਾ। ਠੀਕ ਹੈ, ਥੋੜਾ ਦੇਖ ਲਿਓ ਜੀ ਬਾਅਦ ਚ ਐ ਨੋਟਸ ਜੇ ਬਣਾਈ ਚੱਲਾਂ। ਠੀਕ ਹੈ, ਕਿਉਂ ਠੀਕ ਸੀ? ਸਹੀ ਹੈ ਵੀ ਸਹੀ ਹੈ ਹੈਂ? ਸਹੀ ਹੈ। ਆਹ ਸਹੀ ਹੈ, ਤੁਹਾਡੇ ਨੋਟਸ ਬਣੀ ਜਾਣਗੇ ਨਾਲ ਨਾਲ। ਅੱਗੇ ਅਗਲਾ ਪੁਆਇੰਟ ਪੜੋ ਕੀ ਹੈ। He can appoint any member of Lok Sabha to preside over its proceedings when the office of both the speaker and deputy speaker fill vacant। ਹਾਂ, ਹੁਣ ਜੇ ਮੰਨ ਕੇ ਚਲੋ ਆਪਾਂ ਨੂੰ ਪਤਾ ਵੀ ਲੋਕ ਸਭਾ ਨੂੰ ਪ੍ਰੈਜ਼ਾਈਡ ਕਿਹਨੇ ਕਰਨਾ? ਲੋਕ ਸਭਾ ਨੂੰ ਪ੍ਰੈਜ਼ਾਈਡ ਕੌਣ ਕਰਦਾ? ਸਪੀਕਰ ਵੀ। ਸਪੀਕਰ। ਤੇ ਜੇ ਸਪੀਕਰ ਹੈ ਨਹੀਂਗਾ ਫਿਰ ਕੌਣ ਕਰੂਗਾ? ਡਿਪਟੀ ਸਪੀਕਰ। ਠੀਕ ਹੈ, ਜਿਵੇਂ ਪ੍ਰੈਜ਼ੀਡੈਂਟ ਹੈ ਨਹੀਂ ਤਾਂ ਵਾਈਸ ਪ੍ਰੈਜ਼ੀਡੈਂਟ ਉਹਦੇ ਥਾਂ ਤੇ ਬਣ ਜਾਂਦਾ। ਸੋ ਜੇ ਸਪੀਕਰ ਹੈ ਨਹੀਂ ਤਾਂ ਡਿਪਟੀ ਸਪੀਕਰ ਕਰੂਗਾ। ਜੇ ਡਿਪਟੀ ਸਪੀਕਰ ਵੀ ਹੈ ਨਹੀਂਗਾ ਫਿਰ ਕੌਣ ਕਰੂਗਾ? ਨਹੀਂ ਪਤਾ ਬਈ। ਫਿਰ ਕਿਸੇ ਵੀ ਮੈਂਬਰ ਨੂੰ ਉਹ ਪ੍ਰੈਜ਼ੀਡੈਂਟ ਹਾਊਸ ਦੇ ਕਿਸੇ ਵੀ ਐਮਪੀ ਨੂੰ, ਆ ਹੁਣ ਜਿਵੇਂ ਆਪਣੇ ਸੁਖਬੀਰ ਬਾਦਲ ਨੇ ਕਹਿ ਸਕਦਾ ਆ ਜਾਓ ਸੁਖਬੀਰ ਬਾਦਲ ਸਾਹਿਬ ਤੁਸੀਂ ਕਰੋ ਐਡਰੈਸ, ਪ੍ਰੈਜ਼ਾਈਡ ਕਰੋ। ਠੀਕ ਹੈ। ਕਿਸੇ ਵੀ ਮੈਂਬਰ ਨੂੰ ਪ੍ਰੈਜ਼ੀਡੈਂਟ ਕਹਿ ਸਕਦਾ ਵੀ ਤੂੰ ਉਹਦਾ ਸਪੀਕਰ ਬਣ ਜਾ ਲੋਕ ਸਭਾ ਦਾ, ਵੀ ਕਿਉਂਕਿ ਜਿਹੜਾ ਅਸਲੀ ਸਪੀਕਰ ਜਿਹੜਾ ਉਹਨਾਂ ਨੇ ਪਹਿਲਾਂ ਚੁਣਿਆ ਸੀ ਉਹ ਤਾਂ ਹੈ ਨਹੀਂ ਸੀ। ਠੀਕ ਹੈ, ਵੀ ਉਹ ਹੈ ਨਹੀਂ। ਡਿਪਟੀ ਸਪੀਕਰ ਚੁਣਿਆ ਉਹ ਵੀ ਹੈ ਨਹੀਂ। ਤੇ ਉਹ ਹੁਣ ਮੰਨ ਕੇ ਚਲੋ ਇੱਕ ਅੱਧੇ ਦਿਨ ਵਾਸਤੇ ਹੁੰਦਾ ਵੀ ਉਹ ਦੋਵੇਂ ਬੰਦੇ ਐਬਸੈਂਟ ਹੋ ਜਾਣ ਉਦੋਂ ਕੁਦਰਤੀ, ਤੇ ਉਸ ਦਿਨ ਫਿਰ ਉਹਨੂੰ ਪ੍ਰੈਜ਼ਾਈਡ ਕੌਣ ਕਰਦਾ? ਲੋਕ ਸਭਾ ਦਾ ਜਿਹੜਾ ਅਪੁਆਇੰਟ ਕੌਣ ਕਰਦਾ? ਉਹਦਾ ਜਿਹੜਾ ਸਪੀਕਰ ਹੋਊਗਾ ਪ੍ਰੈਜ਼ੀਡੈਂਟ। ਠੀਕ ਹੈ, ਵੈਸੇ ਸਪੀਕਰ, ਮੇਰੀ ਗੱਲ ਧਿਆਨ ਨਾਲ ਸੁਣੋ, ਵੈਸੇ ਸਪੀਕਰ ਜਿਹੜਾ ਹੁੰਦਾ ਉਹ ਇਲੈਕਟਡ ਹੁੰਦਾ। ਜਿਹੜੇ ਲੋਕ ਸਭਾ ਦੇ ਮੈਂਬਰ ਆ ਆਪ ਦੇ ਵਿੱਚੋਂ ਹੀ ਚੋਣ ਕਰਦੇ ਆ ਸਪੀਕਰ ਦੀ। ਕੀ ਹੁੰਦਾ ਵੈਸੇ ਸਪੀਕਰ? ਨਾਰਮਲੀ ਸਪੀਕਰ ਨੂੰ ਇਲੈਕਟ ਕੀਤਾ ਜਾਂਦਾ। ਪਰ ਹੁਣ ਕਿਸੇ ਦਿਨ ਇਹ ਹੋ ਸਕਦਾ ਨਾ ਵੀ ਸਪੀਕਰ ਵੀ ਨਹੀਂ ਆਇਆ, ਉਵੇਂ ਡਿਪਟੀ ਸਪੀਕਰ ਵੀ ਇਲੈਕਟ ਕਰਦੇ ਆ। ਹੁਣ ਕਿਸੇ ਦਿਨ ਸਪੀਕਰ ਵੀ ਨਹੀਂ ਆਇਆ, ਡਿਪਟੀ ਸਪੀਕਰ ਵੀ ਨਹੀਂ ਆਇਆ, ਤੇ ਉਸ ਦਿਨ ਜਿਹੜੇ ਇਲੈਕਟ ਉਹ ਤਾਂ ਹੁਣ ਦੋਵੇਂ ਹੈ ਨਹੀਂ ਗੇ ਹਨਾ। ਤੇ ਉਸ ਦਿਨ ਆਪਾਂ ਨੂੰ ਪ੍ਰਧਾਨ ਕੋਈ ਨਾ ਕੋਈ ਤਾਂ ਚਾਹੀਦਾ ਹੀ ਆ ਪ੍ਰੈਜ਼ਾਈਡ ਕਰਨ ਨੂੰ। ਤੇ ਉਸ ਬੰਦੇ ਨੂੰ ਅਪੁਆਇੰਟ ਕਰਦਾ ਪ੍ਰੈਜ਼ੀਡੈਂਟ, ਉਹ ਇਲੈਕਟ ਨਹੀਂ ਹੋਇਆ ਹੈਗਾ। ਉਹ ਬਸ ਇੱਕ ਦਿਨ ਰਹੂਗਾ, ਜਿੱਦਣ ਸਪੀਕਰ ਆ ਗਿਆ ਉਸ ਦਿਨ ਉਹ ਆਪਦਾ ਕੰਮ ਕਰਨ ਲੱਗ ਪਊਗਾ। ਸਮਝ ਲੱਗ ਗਈ? ਹਾਂ। ਪ੍ਰੈਜ਼ਾਈਡਿੰਗ ਆਫੀਸਰ ਆਫ ਲੋਕ ਸਭਾ ਕੌਣ ਹੁੰਦਾ? ਸਪੀਕਰ ਫਿਰ ਕਿਵੇਂ ਬਣਦਾ ਹੈ? ਸਪੀਕਰ ਮੈਂ ਤੈਨੂੰ ਕਹੀ ਨਾ ਆਪਦੇ ਚੋਂ ਸਿਲੈਕਟ ਕਰਦੇ, ਵੋਟਾਂ ਹੁੰਦੀਆਂ ਸਪੀਕਰ ਦੀਆਂ ਵੀ। ਉਹ ਆਪਾਂ ਨਹੀਂ ਜਦੋਂ ਆਪਾਂ ਪੜਾਂਗੇ, ਵੋਟਾਂ। ਹਾਂ ਜਦੋਂ ਆਪਾਂ ਪੜਾਂਗੇ ਉਹ ਪਾਰਲੀਮੈਂਟ ਉੱਥੇ ਆਪਣਾ ਆਊਗਾ। ਠੀਕ ਹੈ। ਬਾਈ ਸਮਝ ਲੱਗ ਗਈ ਵੀ ਵੈਸੇ ਤਾਂ ਪ੍ਰੈਜ਼ਾਈਡਿੰਗ ਆਫੀਸਰ ਆਫ ਦ ਲੋਕ ਸਭਾ ਪਹਿਲੇ ਨੰਬਰ ਸਪੀਕਰ ਹੀ ਹੋਣਾ ਚਾਹੀਦਾ ਸੀ, ਪਰ ਸਪੀਕਰ ਨਹੀਂ ਆਇਆ। ਫਿਰ ਡਿਪਟੀ ਸਪੀਕਰ ਹੋਣਾ ਚਾਹੀਦਾ ਸੀ, ਡਿਪਟੀ ਸਪੀਕਰ ਵੀ ਨਹੀਂ ਆਇਆ। ਫਿਰ ਕਿਸੇ ਵੀ ਮੈਂਬਰ ਨੂੰ ਉਹ ਐਨੀ ਐਮਪੀ ਨੂੰ ਅਪੁਆਇੰਟ ਕਰ ਦੂਗਾ। ਠੀਕ ਹੈ, ਐਨੀ ਮੈਂਬਰ ਆਫ ਪਾਰਲੀਮੈਂਟ। ਲੋਕ ਸਭਾ ਹੀ ਲਿਖੀ। ਠੀਕ ਹੈ। Similarly, he can also appoint any member of the Rajya Sabha to preside over its proceedings when the office of both chairman and deputy chairman fill vacant। ਇਹੀ ਕੰਮ ਰਾਜ ਸਭਾ ਦੇ ਵਿੱਚ ਵੀ ਹੈ। ਜੇ ਹੁਣ ਰਾਜ ਸਭਾ ਦੇ ਵਿੱਚ ਵੀ ਹੈ ਨਾ, ਵੈਸੇ ਪ੍ਰੈਜ਼ਾਈਡ ਕਿਹਨੇ ਕਰਨਾ? ਚੇਅਰਮੈਨ ਨੇ, ਹਨਾ। ਜੇ ਚੇਅਰਮੈਨ ਨਹੀਂ ਆਇਆਗਾ ਉਦੋਂ ਐਬਸੈਂਟ ਹੈ ਤਾਂ ਕੌਣ ਉਹਦੀ ਥਾਂ ਤੇ ਪ੍ਰੈਜ਼ਾਈਡ ਕਰੂਗਾ ਰਾਜ ਸਭਾ ਨੂੰ? ਡਿਪਟੀ ਚੇਅਰਮੈਨ। ਜੇ ਡਿਪਟੀ ਚੇਅਰਮੈਨ ਵੀ ਨਹੀਂ ਆਇਆ ਫਿਰ ਕੌਣ ਕਰੂਗਾ? ਫਿਰ ਉਹ ਪ੍ਰੈਜ਼ੀਡੈਂਟ ਅਪੁਆਇੰਟ ਕਰ ਦੂਗਾ ਉਹਨਾਂ ਚੋਂ ਕਿਸੇ ਵੀ ਐਮਪੀ ਨੂੰ ਵੀ ਹਾਂਜੀ ਤੁਸੀਂ। ਆ ਗਈ ਦਿਮਾਗ 'ਚ? ਹੈ ਹਾਂ ਬਈ ਆ ਗਈ ਵੀ। ਫਿਰ ਅੱਗੇ ਮੈਂਬਰ ਕਿਵੇਂ ਬਣਦੇ ਹੁੰਦੇ ਇਹਦੇ ਰਾਜ ਸਭਾ ਦੇ?
ਰਾਜ ਸਭਾ ਦੇ ਮੈਂਬਰਾਂ ਦੀ ਆਪਾਂ ਗੱਲ ਕਰਾਂਗੇ। ਉਹ ਵੀ ਤੁਹਾਨੂੰ ਦੱਸਿਆ ਵੀ ਆਪਾਂ ਵੋਟਾਂ ਨਹੀਂ ਪਾਉਂਦੇ, ਡਾਇਰੈਕਟ ਇਲੈਕਸ਼ਨ ਨਹੀਂ ਹੁੰਦੀ, ਇਨਡਾਇਰੈਕਟ ਇਲੈਕਸ਼ਨ ਹੁੰਦੀ ਹੈ। ਜਿਵੇਂ ਆਪਾਂ ਪ੍ਰੈਜ਼ੀਡੈਂਟ ਦੇ ਵਿੱਚ ਵੇਖਿਆ ਸੀ ਨਾ ਵੀ MP ਪਾਉਂਦੇ ਆ ਵੋਟਾਂ, MLA ਪਾਉਂਦੇ ਆ, ਉਵੇਂ ਇਹਦੇ 'ਚ ਵੀ ਉਹ ਜਿਹਾ ਹੀ ਪ੍ਰੋਸੈਸ ਹੁੰਦਾ, ਲਗਭਗ ਉਹ ਜਾਂਦਾ, ਜਮਾਂ ਸੇਮ ਨਹੀਂ ਹੁੰਦਾ ਉਹ। ਪਰ ਆਪਾਂ ਜਦੋਂ ਉਹ ਟੌਪਿਕ ਕਰਾਂਗੇ ਉੱਥੇ ਆਪਾਂ ਡਿਟੇਲ 'ਚ ਕਰਾਂਗੇ। ਸੋ ਇੱਥੇ ਸਿਰਫ ਇੰਨਾ ਯਾਦ ਰੱਖਣਾ ਵੀ ਇਹਦੇ ਜਿਹੜੇ ਮੈਂਬਰਸ ਆ ਉਹ 6 ਸਾਲਾਂ ਵਾਸਤੇ ਚੁਣੇ ਜਾਂਦੇ ਆ, ਠੀਕ ਹੈ। ਪਲੱਸ ਇਨਡਾਇਰੈਕਟ ਇਲੈਕਸ਼ਨ ਹੁੰਦੀ ਹੈ, ਡਾਇਰੈਕਟ ਨਹੀਂ ਹੁੰਦੀ। ਇੰਨੀ ਗੱਲ ਇੱਕ ਵਾਰੀ ਯਾਦ ਰੱਖੋ, ਜਦੋਂ ਆਪਾਂ ਪੜਾਂਗੇ ਉੱਥੇ ਆਪਾਂ ਕਰਾਂਗੇ, ਠੀਕ ਹੈ। ਅਗਲਾ ਪੁਆਇੰਟ ਕੀ ਹੈ? ਨੋਮੀਨੇਟਸ 12 ਮੈਂਬਰਸ ਇਨ ਰਾਜ ਸਭਾ। ਇਹ ਆਪਾਂ ਨੂੰ ਪਤਾ ਹੀ ਹੈ, ਜਿਹੜੇ 12 ਮੈਂਬਰਾਂ ਦੀ ਉਹ ਨਿਯੁਕਤੀ ਕਰਦਾ ਨਾ ਰਾਜ ਸਭਾ ਦੇ ਵਿੱਚ। ਹਾਂ ਤੇ ਇਹ ਜਿਹੜੇ 12 ਮੈਂਬਰ ਹੋਣੇ ਚਾਹੀਦੇ ਆ ਉਹ ਕਾਹਦੇ ਚ ਹੁੰਦੇ ਆ? ਫਰੋਮ ਅਮੰਗਸਟ ਪਰਸਨ ਹੂ ਹੈਵ ਸਪੈਸ਼ਲ ਨੌਲੇਜ। ਕਾਹਦੇ ਚ? ਲਿਟਰੇਚਰ, ਸਾਇੰਸ, ਆਰਟ ਜਾਂ ਸੋਸ਼ਲ ਸਰਵਿਸ। ਇਹ 4 ਚੀਜ਼ਾਂ ਡਿਫਾਈਨ ਆ ਆਪਣੇ ਕਨਸਟੀਟਿਊਸ਼ਨ ਦੇ। ਜਾਂ ਤਾਂ ਉਹ ਲਿਟਰੇਚਰ ਦੇ ਵਿੱਚ ਸਿਰੇ ਦਾ ਬੰਦਾ ਹੋਵੇ, ਬਹੁਤ ਤਕੜਾ ਲਿਟਰੇਚਰ ਲਿਖਦਾ ਹੋਵੇ, ਬਹੁਤ ਤਕੜਾ ਲਿਖਾਰੀ ਹੋਵੇ ਉਹ, ਠੀਕ ਹੈ, ਰਾਈਟਰ ਹੋਵੇ। ਜਾਂ ਸਾਇੰਸ ਦੇ ਵਿੱਚ ਹਨਾ ਵਿਗਿਆਨੀ ਬਹੁਤ ਤਕੜਾ ਹੋਵੇ। ਜਾਂ ਉਹਨੇ ਆਰਟ ਦੇ ਵਿੱਚ ਵੀ ਕੋਈ ਫਾਈਨ ਆਰਟਸ ਆ ਜਾਂ ਵੀ ਹੋਰ ਕੋਈ ਆਰਟ ਦੇ ਵਿੱਚ ਬੜਾ ਤਗੜੀ ਮਹਾਰਤ ਹਾਸਲ ਹੋਵੇ। ਤੇ ਜਾਂ ਉਹ ਸੋਸ਼ਲ ਸਰਵਿਸ ਆ, ਸਮਾਜ ਸੇਵਾ ਨਾਲ ਸੰਬੰਧਿਤ ਕੋਈ ਬੰਦਾ ਹੋਵੇ। ਇਹਨਾਂ 4 ਤਰ੍ਹਾਂ ਦੇ ਬੰਦਿਆਂ 'ਚ ਉਹ 12 ਬੰਦੇ ਉਹ ਚੁਣ ਲੈਂਦਾ। ਸੋ ਅਸਲ 'ਚ ਜਦੋਂ ਸਚਿਨ ਤੰਦੂਲਕਰ ਨੂੰ ਚੁਣਿਆ ਗਿਆ ਨਾ ਰਾਜ ਸਭਾ ਦਾ ਮੈਂਬਰ, ਉਦੋਂ ਕਾਫੀ ਵਿਰੋਧ ਹੋਇਆ ਸੀਗਾ। ਉਹਦਾ ਕਾਰਨ ਇਹੀ ਸੀਗਾ ਵੀ ਕਿਉਂਕਿ ਸਪੋਰਟਸ ਪਰਸਨ ਆ ਉਹ, ਤੇ ਸਪੋਰਟਸ ਪਰਸਨ ਦੀ ਇਹ 'ਚ ਗੱਲ ਹੀ ਨਹੀਂ ਕੀਤੀ। ਸਮਝ ਲੱਗੀ ਨਾ? ਇਹਦੇ 'ਚ ਕਿਹਦੀ ਗੱਲ ਹੈ? ਲਿਟਰੇਚਰ ਦੀ ਹੈ, ਸਾਇੰਸ ਦੀ ਹੈ, ਸਾਇੰਟਿਸਟ, ਹੋਰ ਸਮਾਜ ਸੇਵਾ, ਆਰਟ ਤੇ social ਆਰਟ service। ਆਰਟ ਚ ਕਿਹੜੇ ਆ ਜਾਂਦੇ? ਆਰਟ ਦੇ ਵਿੱਚ ਯਾਰ ਆਪਣਾ ਜਿਵੇਂ ਹੁਣ ਮੰਨ ਕੇ ਲਓ ਫਾਈਨ ਆਰਟ ਆ, ਜਾਂ ਆਪਣੇ ਆਰਟ ਦੇ ਜਿਹੜੇ ਸਬਜੈਕਟ ਹੁੰਦੇ ਆ ਪੋਲੀਟੀਕਲੀ ਕੋਈ ਚੰਗਾ ਹੋਵੇ, ਜਾਂ ਉਹ ਆਰਟ 'ਚ ਕੋਈ ਵੀ ਕਲਾ ਹੁੰਦੀ ਹੈ ਹਰਜੀਤ, ਕੋਈ ਵੀ ਕਲਾ, ਸਿੰਗਿੰਗ ਹੋ ਸਕਦੀ ਹੈ, ਡਾਂਸਿੰਗ ਹੋ ਸਕਦੀ ਹੈ। ਉਹ ਫਿਰ ਉਹਨਾਂ ਨੇ ਇਹੀ ਅੱਗੇ ਐਕਸਕਿਊਜ਼ ਦਿੱਤਾ ਨਾ ਸਰਕਾਰ ਨੇ ਵੀ ਆਰਟ ਦੇ ਵਿੱਚ ਫਿਰ ਸਪੋਰਟਸ ਵੀ ਤਾਂ ਇੱਕ ਆਰਟ ਆਪਾਂ ਕਹਿ ਸਕਦੇ ਹਾਂ ਨਾ। ਪਹਿਲਾਂ ਨਹੀਂ ਉਹ ਚੀਜ਼ ਨੂੰ ਆਪਾਂ ਕੰਸੀਡਰ ਕਰਦੇ ਸੀ, ਤੇ ਤਾਂ ਹੀ ਰੌਲਾ ਪੈ ਗਿਆ। ਹਾਂ ਠੀਕ। ਸੋ ਇਹ ਤੁਹਾਨੂੰ ਪਤਾ ਲੱਗ ਗਿਆ ਹੈ। ਫਿਰ ਅਗਲਾ ਪੁਆਇੰਟ ਕੀ ਹੈ? ਹੀ ਡਿਸਾਈਡਸ ਦਾ ਕੁਐਸਚਨਸ ਔਨ ਡਿਸਕੁਆਲੀਫਿਕੇਸ਼ਨ ਆਫ ਮੈਂਬਰਸ ਆਫ ਦਾ ਪਾਰਲੀਮੈਂਟ ਵਿਦ ਕੰਸਲਟੇਸ਼ਨ ਟੂ ਦਾ ਇਲੈਕਸ਼ਨ ਕਮਿਸ਼ਨ। ਠੀਕ ਹੈ, ਇਹ ਪੁਆਇੰਟ ਨੂੰ ਤੁਹਾਡੇ ਕੰਮ ਦਾ ਨਹੀਂ ਹੈ ਵੈਸੇ। ਇਹਦਾ ਮਤਲਬ ਤਾਂ ਸਿਰਫ ਇੰਨਾ ਕੀ ਹੈ ਬਈ ਜੇ ਹੁਣ ਮੰਨ ਕੇ ਚਲੋ ਕਿਸੇ MP ਦੀ ਡਿਸਕੁਆਲੀਫਿਕੇਸ਼ਨ ਕਰਨੀ ਹੈ, ਕਰ ਹੀ ਲਓ। MP ਨੂੰ ਕਿਸੇ ਨੂੰ ਡਿਸਕੁਆਲੀਫਾਈ ਕਰਨਾ ਹਨਾ, ਮੰਨ ਕੇ ਚਲੋ ਸੁਖਬੀਰ ਬਾਦਲ ਆ ਹਨਾ, ਇਹਨੇ ਜਦੋਂ ਸਿਲੈਕਟ ਹੋਇਆ, ਇਹ ਮਤਲਬ ਇਲੈਕਟ ਹੋਇਆ, ਇਹਦੀ ਇਲੈਕਸ਼ਨ ਦੇ ਵਿੱਚ ਕੋਈ ਧਾਂਦਲੇਬਾਜ਼ੀ ਹੋਈ ਸੀ ਮਾੜੀ ਮੋਟੀ, ਠੀਕ ਆ। ਉਹ ਉਦੋਂ ਨਹੀਂ ਪਤਾ ਲੱਗਿਆ, ਇੱਕ ਵਾਰੀ ਇਹ MP ਬਣ ਗਿਆ, ਪਰ ਸਾਲ ਨੂੰ ਪਤਾ ਲੱਗਿਆ ਵੀ ਹਾਂ ਯਾਰ ਇਹ ਤਾਂ ਕਰਪਸ਼ਨ ਕਰਕੇ ਜਿੱਤਿਆ ਸੀ, ਜਾਂ ਵੀ ਇਹ ਤਾਂ ਧੱਕਾ ਕਰਕੇ ਜਿੱਤਿਆ ਸੀਗਾ ਹਨਾ, ਬੂਥ ਕੈਪਚਰਿੰਗ ਹੋਈ ਸੀ, ਬੂਥਾਂ ਦੇ ਕਬਜ਼ੇ ਕਰਕੇ ਜਿੱਤੇ ਆ। ਸੋ ਉਦੋਂ ਫਿਰ ਉਹਨੂੰ ਉਹ ਜਿਹੜਾ ਮੈਂਬਰ ਆ ਭਾਵੇਂ ਸਾਲ ਉਹ ਰਹਿ ਗਿਆ MP, ਪਰ ਸਾਲ ਬਾਅਦ ਉਹਨੂੰ ਡਿਸਕੁਆਲੀਫਾਈ ਕਰ ਸਕਦਾ ਹੈ, ਠੀਕ ਹੈ। ਜਾਂ ਇਹ ਇੱਕ ਉਦਾਹਰਨ ਹੋ ਗਈ। ਜਾਂ ਦੂਜੀ ਇਹ ਆ ਵੀ ਉਹ ਕਿਸੇ ਨਾ ਕਿਸੇ ਮੰਨ ਕੇ ਚਲੋ ਵੀ ਜਿਹੜੀਆਂ ਉਹਦੀਆਂ ਕੁਆਲੀਫਿਕੇਸ਼ਨ ਹੁੰਦੀਆਂ ਹਨਾ MP ਦੀਆਂ, ਉਹ ਪੂਰੀ ਨਹੀਂ ਕਰ ਰਿਹਾ ਹੈਗਾ, ਤਾਂ ਉਹ ਡਿਸਕੁਆਲੀਫਾਈ ਕਰ ਸਕਦਾ। ਸਮਝ ਲੱਗੀ? ਪਰ ਇਹ ਇਹਨੇ ਕਿਹਦੀ ਸਲਾਹ ਨਾਲ ਕਰਨਾ? ਇਲੈਕਸ਼ਨ ਕਮਿਸ਼ਨ ਦੇ, ਆਪਦੀ ਮਰਜ਼ੀ ਨਾਲ ਨਹੀਂ ਕਰਨਾ। ਸਮਝ ਲੱਗੀ? ਠੀਕ ਹੈ। ਵੀ ਇਲੈਕਸ਼ਨ ਕਮਿਸ਼ਨ ਦੇ ਨਾਲ ਉਹ ਗੱਲ ਦੀ ਰਾਏ ਕਰ ਸਕਦਾ ਵੀ ਹਾਂ ਵੀ ਆਪਾਂ ਉਹ ਫਲਾਣੇ ਬੰਦੇ ਨੂੰ ਡਿਸਕੁਆਲੀਫਾਈ ਕਰ ਦਈਏ। ਫਿਰ ਅੱਗੇ ਹਾਂ, ਕੌਣ ਰੈਕ ਕਰ ਸਕਦਾ ਇਲੈਕਸ਼ਨ ਕਮਿਸ਼ਨ? ਪ੍ਰੈਜ਼ੀਡੈਂਟ ਹੀ ਪੜ੍ਹੀ ਜਾਂਦੇ ਆਪਾਂ। ਆ ਸਾਰਾ ਕੁਝ ਕੌਣ ਕਰੀ ਜਾਂਦਾ? ਆ ਪ੍ਰੈਜ਼ੀਡੈਂਟ ਤੇ ਚੱਲੀ। ਹਾਂ, ਫਿਰ ਅੱਗੇ ਕੀ ਹੈ ਵੀ ਜਿਵੇਂ ਮੈਨੂੰ ਤੁਹਾਡੇ ਯਾਦ ਹੋਵੇ ਜਦੋਂ ਆਪਾਂ ਆਰਟੀਕਲ 3 ਕੀਤਾ ਸੀਗਾ, ਆਰਟੀਕਲ 3 ਕੀ ਸੀਗਾ? ਐਡਮਿਟ ਕਰ ਸਕਦੇ ਹਾਂ। ਤੇ ਉਹਦੇ ਚ ਮੈਂ ਤੁਹਾਨੂੰ ਦੱਸਿਆ ਸੀ ਵੀ ਉਹ ਜੇ ਕਿਸੇ ਸਟੇਟ ਦਾ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪੰਜਾਬ ਦਾ ਨਾਂ ਚੇਂਜ ਕਰਕੇ ਉਹਨਾਂ ਨੇ ਮੂਲੀ ਰੱਖਣਾ ਜਾਂ ਗਾਜਰ ਰੱਖਣਾ, ਉਹ ਰੱਖ ਸਕਦੇ, ਠੀਕ ਹੈ। ਪਾਰਲੀਮੈਂਟ ਕੋਲ ਇਹ ਪਾਵਰ ਆ, ਪਰ ਉਹ ਕੰਮ ਸ਼ੁਰੂ ਕਿਵੇਂ ਹੋਊਗਾ ਵੀ ਪਹਿਲਾਂ ਸਾਰਿਆਂ ਤੋਂ ਪਹਿਲਾਂ ਕੀ ਹੈ
ਬਈ ਜਿਹੜਾ ਦਿਮਾਗ 'ਚ ਆਈਡੀਆ ਤਾਂ ਸਰਕਾਰ ਦੀ ਆਊਗਾ ਨਾ। ਸੋ ਸਰਕਾਰ ਨੇ, ਮੋਦੀ ਨੇ ਕੀ ਕਰਨਾ, ਮੋਦੀ ਸਾਹਿਬ ਨੇ ਆਪਣੇ ਨੇ ਪ੍ਰੈਜ਼ੀਡੈਂਟ ਨੂੰ ਪਹਿਲਾਂ ਕਹਿਣਾ ਵੀ ਐਂ ਕਰਕੇ ਅਸੀਂ ਉਹਦਾ ਨਾਂ ਰੱਖਣਾ ਚਾਹੁੰਦੇ ਹਾਂ, ਹਨਾ। ਪਹਿਲਾਂ ਪ੍ਰੈਜ਼ੀਡੈਂਟ ਦੀ ਪਹਿਲਾਂ ਉਹ ਕੰਸੈਂਟ ਲੈਣੀ ਪਊਗੀ ਉਹਦੇ ਵਾਸਤੇ। ਸੋ ਪ੍ਰੈਜ਼ੀਡੈਂਟ ਕੋਲੇ ਜਾਣਗੇ, ਹੁਣ ਪ੍ਰੈਜ਼ੀਡੈਂਟ ਨੇ ਸਟੇਟ ਨੂੰ ਭੇਜ ਦੇਣਾ, ਹਨਾ। ਸਟੇਟ ਨੂੰ ਟਾਈਮ ਦੇਣਾ ਵੀ ਹਾਂ 15 ਦਿਨਾਂ ਦੇ ਵਿੱਚ ਤੁਸੀਂ ਆਪਦੀ ਰਾਏ ਰੱਖੋ ਵੀ ਤੁਹਾਡੀ ਸਟੇਟ ਦਾ ਨਾਂ ਪੰਜਾਬ ਤੋਂ ਚੇਂਜ ਕਰਕੇ ਅਸੀਂ ਮੂਲੀ ਰੱਖਣ ਲੱਗੇ ਹਾਂ, ਸਮਝ ਲੱਗ ਗਈ, ਜਾਂ ਵੀ ਕੋਈ ਹੋਰ ਨਾਂ ਰੱਖਣ ਲੱਗੇ ਹਾਂ, ਕੋਈ ਵੀ ਰੱਖ ਸਕਦੇ ਹੋ। ਤੇ ਉਦੋਂ ਬਾਅਦ ਦੇ ਵਿੱਚ ਕੀ ਹੈ ਵੀ ਜੇ ਸਟੇਟ ਲੈਜਿਸਲੇਚਰ ਨੇ 10 ਦਿਨਾਂ 'ਚ 15 ਦਿਨਾਂ ਜਿੰਨਾ ਉਹਨੇ ਟਾਈਮ ਦਿੱਤਾ ਹੈ, ਉਨੇ ਟਾਈਮ ਦੇ ਵਿੱਚ ਆਪਦਾ ਵਿਚਾਰ ਦੱਸਣਾ ਹੁੰਦਾ ਵੀ ਰੱਖ ਲਓ ਜਾਂ ਨਾ ਰੱਖੋ, ਹਨਾ। ਤੇ ਉਦੋਂ ਬਾਅਦ ਦੇ ਵਿੱਚ ਫਿਰ ਉਹ ਚੀਜ਼ ਪ੍ਰੈਜ਼ੀਡੈਂਟ ਕੋਲੇ ਆ ਜਾਂਦੀ ਹੈ, ਉਹ ਜਿਹੜਾ ਲੈਟਰ ਆ ਜਾਂ ਕੁਝ ਵੀ ਗਿਆ। ਤੇ ਫਿਰ ਉਦੋਂ ਬਾਅਦ ਦੇ ਵਿੱਚ ਕੀ ਹੁੰਦਾ ਵੀ ਪਾਰਲੀਮੈਂਟ ਦੇ ਵਿੱਚ ਵੋਟਿੰਗ ਹੁੰਦੀ ਹੈ। ਜੇ ਪਾਰਲੀਮੈਂਟ ਦੀ ਵੋਟਿੰਗ ਦੇ ਵਿੱਚ ਫੈਸਲਾ ਹੋ ਗਿਆ ਵੀ ਪੰਜਾਬ ਦਾ ਨਾਂ ਚੇਂਜ ਕਰਨਾ, ਤਾਂ ਹੋਊਗਾ। ਸਟੇਟ ਲੈਜਿਸਲੇਚਰ ਨੇ ਭਾਵੇਂ ਕੁਝ ਮਰਜ਼ੀ ਕਿਹਾ, ਭਾਵੇਂ ਉਹਨੇ ਹਾਮੀ ਭਰੀ ਆ ਭਾਵੇਂ ਨਹੀਂ ਭਰੀ, ਪਰ ਉਹਦਾ ਜੇ ਪਾਰਲੀਮੈਂਟ ਨੇ ਉਹ ਚੀਜ਼ ਪਾਸ ਕਰਤੀ ਤਾਂ ਉਹਦਾ ਨੇਮ ਚੇਂਜ ਹੋ ਕੇ ਰਹੂਗਾ, ਠੀਕ ਹੈ। ਹੁਣ ਇਹਦੇ 'ਚ ਵੀ ਆਪਾਂ ਪਹਿਲਾਂ ਕਿਹਦੀ ਕੰਸੈਂਟ ਲਈ ਆ, ਪ੍ਰੈਜ਼ੀਡੈਂਟ ਦੀ। ਬਿੱਲ ਨੂੰ ਪੇਸ਼ ਕਰਨ ਤੋਂ ਪਹਿਲਾਂ ਪਾਰਲੀਮੈਂਟ ਦੇ ਵਿੱਚ ਕਿਹਦੇ ਕੋਲੇ ਗਏ ਆਪਾਂ, ਹੈਲੋ, ਪ੍ਰੈਜ਼ੀਡੈਂਟ ਕੋਲੇ ਗਏ ਆ ਨਾ। ਹਾਂ ਬਈ, ਪਹਿਲਾਂ ਪ੍ਰੈਜ਼ੀਡੈਂਟ ਕੋਲੇ। ਸੋ ਇੱਕ ਤਾਂ ਉਹ ਚੀਜ਼ ਹੈ। ਦੂਜਾ ਮਨੀ ਬਿੱਲ, ਜਦੋਂ ਮਨੀ ਬਿੱਲ ਪੇਸ਼ ਕਰਨਾ ਉਦੋਂ ਵੀ ਪਹਿਲਾਂ ਆਪਾਂ ਨੂੰ ਪ੍ਰੈਜ਼ੀਡੈਂਟ ਦੀ ਅਸੈਂਟ ਪਹਿਲਾਂ ਹੀ ਲੈਣੀ ਪਊਗੀ, ਠੀਕ ਹੈ। ਆ ਵੇਖੋ ਅਗਲਾ ਪੁਆਇੰਟ ਵੇਖੋ, ਹਿਸ ਪ੍ਰਾਇਰ ਰਿਕਮੈਂਡੇਸ਼ਨਸ ਔਰ ਪਰਮਿਸ਼ਨ is needed to introduce certain types of bills in the parliament। ਕਿਹੜੇ ਬਿੱਲਾਂ ਵਾਸਤੇ ਚਾਹੀਦੀ ਹੈ, ਮਨੀ ਬਿੱਲ ਵਾਸਤੇ, ਹਨਾ, ਤੇ ਰੀਕ੍ਰੀਏਸ਼ਨ ਆਫ ਨਿਊ ਸਟੇਟ ਬਿੱਲ ਵਾਸਤੇ, ਇਹਨਾਂ ਦੋਵਾਂ ਵਾਸਤੇ, ਠੀਕ ਹੈ। when a bill is sent to the president after it has been passed by the parliament he can, ਹਾਂ ਪਹਿਲਾਂ ਤਾਂ ਪ੍ਰਾਇਰ ਕੰਸੈਂਟ ਚਾਹੀਦੀ ਹੈ, ਤੁਹਾਨੂੰ ਪਤਾ ਲੱਗ ਗਿਆ। ਹੈਲੋ, ਹਾਂ ਬਈ, ਪ੍ਰੈਜ਼ੀਡੈਂਟ ਦੀ ਪ੍ਰਾਇਰ ਮਤਲਬ ਹੁੰਦੀ ਹੈ ਪਹਿਲਾਂ, ਹਨਾ। ਵੀ ਬਾਅਦ ਦੇ ਚ ਤਾਂ ਚਲੋ ਸਾਰੇ ਬਿੱਲਾਂ ਤੇ ਸਾਈਨ ਕਰਦਾ ਰਾਸ਼ਟਰਪਤੀ। ਪ੍ਰਾਇਰ ਅਸੈਂਟ ਕਿਹੜੇ ਬਿੱਲਾਂ ਦੇ ਵਿੱਚ ਚਾਹੀਦੀ ਹੁੰਦੀ ਹੈ, ਦੋਵਾਂ ਦੇ ਵਿੱਚ ਚਾਹੀਦੀ ਹੁੰਦੀ ਹੈ। ਇੱਕ ਤਾਂ ਮਨੀ ਬਿੱਲ ਦੇ ਵਿੱਚ ਤੇ ਦੂਜਾ ਰੀਆਰਗੇਨਾਈਜੇਸ਼ਨ, ਸਟੇਟ ਰੀਆਰਗੇਨਾਈਜੇਸ਼ਨ ਬਿੱਲ ਦੇ ਵਿੱਚ, ਸਮਝ ਲੱਗੀ। ਹਾਂ ਬਈ। ਸੋ ਉਹਨਾਂ ਦੋਵਾਂ ਦੇ ਵਿੱਚ ਪ੍ਰਾਇਰ ਚਾਹੀਦੀ ਹੁੰਦੀ ਹੈ। ਤੇ ਇਹਨਾਂ ਦੋਵਾਂ ਨੂੰ ਛੱਡ ਕੇ ਬਾਕੀ ਜਿੰਨੇ ਵੀ ਬਿੱਲ ਆ ਉਹਨਾਂ ਵਾਸਤੇ ਕੀ ਚਾਹੀਦੀ ਹੁੰਦੀ ਆ, ਪੋਸਟ, ਬਾਅਦ ਦੇ ਵਿੱਚ, ਹਨਾ, ਬਾਅਦ ਚ ਸਾਈਨ ਹੋਣੇ ਹੁੰਦੇ ਆ। ਹੁਣ ਜਦੋਂ ਬਾਅਦ ਦੇ ਵਿੱਚ ਸਾਈਨਾਂ ਦੀ ਗੱਲ ਆਉਂਦੀ ਹੈ, ਵੀ ਮੰਨ ਕੇ ਚਲੋ ਕੋਈ ਬਿੱਲ ਸੀਗਾ, ਹਨਾ, ਲੋਕ ਸਭਾ 'ਚ ਪੇਸ਼ ਹੋਇਆ, ਉੱਥੋਂ ਪਾਸ ਹੋ ਗਿਆ, ਫਿਰ ਰਾਜ ਸਭਾ 'ਚ ਪੇਸ਼ ਹੋਇਆ, ਉੱਥੋਂ ਪਾਸ ਹੋ ਗਿਆ। ਹੁਣ ਤੀਜਾ ਸਟੈਪ ਕੀ ਬਣਦਾ, ਤੀਜਾ ਸਟੈਪ ਕੀ ਹੁੰਦਾ ਕਿਸੇ ਬਿੱਲ ਦਾ, ਹੈਲੋ, 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 ਹਾਂ ਬਈ, ਆਉਂਦੀ ਆਵਾਜ਼, ਹੈਲੋ। ਹਾਂ ਆਵਾਜ਼ ਕੱਟ ਗਈ ਸੀ। ਹਾਂ ਬਈ, ਹਾਂ, ਤੀਜਾ ਸਟੈਪ ਕੀ ਹੁੰਦਾ, ਕਾਹਦਾ ਬਈ। ਪਹਿਲਾ ਸਟੈਪ ਕਿਸੇ ਵੀ ਬਿੱਲ, ਜਦੋਂ ਆਪਾਂ ਕਾਨੂੰਨ ਬਣਾਉਣਾ, ਐਕਟ ਬਣਾਉਣਾ, ਹਾਂ ਬਈ, ਉਹਦੀ ਪ੍ਰਕਿਰਿਆ ਦੇ ਵਿੱਚ ਪਹਿਲਾ ਸਟੈਪ ਕੀ ਹੁੰਦਾ, ਵੀ ਲੋਕ ਸਭਾ 'ਚ ਪਾਸ ਹੋ ਗਿਆ, ਜਾਂ ਹਨਾ, ਦੂਜਾ ਸਟੈਪ ਰਾਜ ਸਭਾ 'ਚ ਪਾਸ ਹੋ ਗਿਆ, ਤੀਜੇ ਸਟੈਪ ਦੇ ਵਿੱਚ ਕੀ ਕਰਨਾ ਹੁੰਦਾ ਆਪਾਂ, ਉਹ ਜਾਣਾ ਹੁੰਦਾ ਫਿਰ ਪਹਿਲਾਂ ਉਹ ਲੋਕ ਸਭਾ 'ਚ, ਰਾਜ ਸਭਾ 'ਚ ਉਹਦੇ ਸਾਈਨ ਹੁੰਦੇ ਆ, ਪ੍ਰੈਜ਼ੀਡੈਂਟ ਦੇ ਰਾਸ਼ਟਰਪਤੀ ਸਾਈਨ ਹੁੰਦੇ ਹੁੰਦੇ ਆ। ਹੁਣ ਉਹ ਸਾਈਨ ਹਾਂ, ਕਰਨੇ ਕੀ ਉਹਦੇ ਲਈ ਜ਼ਰੂਰੀ ਆ ਜਾਂ ਨਹੀਂ ਜ਼ਰੂਰੀ, ਹੁਣ ਇਹ ਚੀਜ਼ ਆ। ਜ਼ਰੂਰੀ ਹੈ ਬਈ। ਤੈਨੂੰ ਕਿਹਨੇ ਕਿਹਾ ਜ਼ਰੂਰੀ ਹੈ, ਉਹਦੇ ਸਾਈਨਾਂ ਬਿਨਾਂ ਹੁੰਦਾ ਹੀ ਨਹੀਂ ਪਾਸ। ਉਹ ਤੇ ਉਹੀ ਨਾ ਵੀ ਜੇ ਉਹਨੇ ਨਾ ਕੀਤੇ ਉਹਦੀ ਵੀ ਉਹਨੂੰ ਕਰਨੇ ਹੀ ਪੈਣਗੇ, ਜਾਂ ਉਹ ਕੀਤੇ ਬਿਨਾ ਉਹਦਾ ਸਰ ਸਕਦਾ ਵੀ, ਉਹ ਉਹਨਾਂ ਟਾਈਮ ਬਿੱਲ ਕਾਨੂੰਨ ਤਾਂ ਨਹੀਂ ਬਣਦਾ, ਪਰ ਉਹ ਕਾਨੂੰਨ ਦੇ ਰਾਹ 'ਚ ਡਿੱਕਾ ਡਾ ਸਕਦਾ ਕਿ ਨਹੀਂ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਰਾਜ ਸਭਾ ਨੇ ਡਾਤਾ ਸੀ ਨਾ, ਵੀ ਹਾਂ ਲੋਕ ਬਈ, ਸਭਾ ਹਾਂ 'ਚ ਬਿੱਲ ਪਾਸ ਹੋ ਗਿਆ ਸੀ, ਰਾਜ ਸਭਾ ਨੇ ਕਹਿਤਾ ਵੀ ਅਸੀਂ ਪਾਸ ਹੀ ਨਹੀਂ ਕਰਦੇ, ਫਿਰ ਉਹਨਾਂ ਨੂੰ ਜੁਆਇੰਟ ਸੈਸ਼ਨ ਸੱਦਣਾ ਪਿਆ। ਹੁਣ ਮੰਨ ਕੇ ਲੋਕ ਸਭਾ ਨੇ ਵੀ ਪਾਸ ਕਰਤਾ, ਰਾਜ ਸਭਾ ਨੇ ਵੀ ਪਾਸ ਕਰਤਾ, ਹਨਾ, ਕੀ ਹਾਂ ਬਈ, ਰਾਸ਼ਟਰਪਤੀ ਕਹਿ ਸਕਦਾ ਵੀ ਮੈਂ ਸਾਈਨ ਨਹੀਂ ਕਰਦਾ ਇੱਥੇ, ਉਹ ਗੱਲ ਆ। ਨਹੀਂ ਹੁਣ ਕਹਿ ਸਕਦਾ। ਕਿੰਨੀਆਂ ਪੋਸੀਬਿਲਿਟੀਜ਼ ਹੋ ਸਕਦੀਆਂ ਵੀ, ਇੱਕ ਤਾਂ ਹੋ ਸਕਦਾ ਵੀ ਉਹ ਕਹਿ ਦੇ, ਸਿੱਧਾ ਜਵਾਬ ਹੀ ਦੇ ਦੇ ਵੀ ਮੈਂ ਨਹੀਂ ਸਾਈਨ ਕਰਦਾ, ਹਾਂ ਜਿਵੇਂ ਕਿਸਾਨ ਬਿੱਲ ਵਾਲਾ ਮੁੱਦਾ ਸੀਗਾ, ਕਿਸਾਨਾਂ ਵਾਲਾ,
ਹਨਾ। ਇਹ ਕੀ ਆਂਦੇ ਸੀ, ਕਿਸਾਨ ਆਂਦੇ ਸੀ ਨਾ, ਜਾਂ ਆਪਣੇ ਪੰਜਾਬ ਵਾਲੀਆਂ ਪਾਰਟੀਆਂ ਇਕੱਠੀਆਂ ਹੋ ਕੇ ਗਈਆਂ ਸੀ, ਪ੍ਰੈਜ਼ੀਡੈਂਟ ਕੋਲੇ ਜਾਂਦੇ ਆ ਤੇ ਉਹਨੂੰ ਕਹਿ ਦਿੰਦੇ ਅਸੀਂ ਵੀ ਤੁਸੀਂ ਸਾਈਨ ਨਹੀਂ ਨਾ ਕਰਿਓ ਤੇ ਬਿੱਲ ਕਾਨੂੰਨ ਬਣ ਹੀ ਨਹੀਂ ਸਕਦਾ। ਇਹ ਗਏ ਸੀ ਸਾਰੇ ਇਕੱਠੇ ਹੋ ਕੇ, ਆਪਣੀਆਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ, ਆਮ ਆਦਮੀ ਗਈ ਸੀ ਨਾਲ ਹੀ, ਆ ਕੈਪਟਨ ਤੇ ਅਕਾਲੀ ਦਲ, ਸਾਰੀਆਂ ਪਾਰਟੀਆਂ ਜਿੰਨੀਆਂ ਵੀ ਆਪਣੀਆਂ ਸੀਗੀਆਂ ਨਾ ਇਕੱਠੀਆਂ ਹੋ ਕੇ ਪ੍ਰੈਜ਼ੀਡੈਂਟ ਕੋਲੇ ਗਈਆਂ ਸੀ ਵੀ ਤੁਸੀਂ ਸਾਈਨ ਨਾ ਕਰਿਓ। ਠੀਕ ਹੈ ਬਈ। ਠੀਕ ਹੈ ਵੀ ਹੁਣ 3 ਪੋਸੀਬਿਲਿਟੀਆਂ ਬਣਦੀਆਂ ਜਿਹੜੀਆਂ ਮੇਨ ਬਣਦੀਆਂ। ਇੱਕ ਤਾਂ ਪ੍ਰੈਜ਼ੀਡੈਂਟ ਸਾਈਨ ਕਰੇ ਹੀ ਨਾ, ਸਿੱਧਾ ਜਵਾਬ ਹੀ ਦੇ ਦੇ ਵੀ ਮੈਂ ਨਹੀਂ ਕਰਦਾ ਭਾਈ। ਇੱਕ ਇਹ ਹੈ ਵੀ ਉਹ ਨਾ ਜਵਾਬ ਦੇਵੇ ਤੇ ਨਾ ਹੀ ਸਾਈਨ ਕਰੇ, ਬਹਾਵ ਦੇ ਕੋਲੇ ਰੱਖੇ ਬਿੱਲ ਨੂੰ। ਠੀਕ ਹੈ। ਠੀਕ ਹੈ। ਤੀਜਾ ਕੀ ਹੈ, ਤੀਜਾ ਸਾਈਨ ਕਰਦੇ ਹੋ। 3 ਹੀ ਪੋਸੀਬਿਲਿਟੀਆਂ। ਹਾਂ ਬਈ। ਠੀਕ ਹੈ, ਜਾਂ ਤਾਂ ਉਹ ਸਿੱਧਾ ਜਵਾਬ ਹੀ ਦੇ ਦੇ ਮੈਂ ਨਹੀਂ ਕਰਦਾ, ਜਾਂ ਉਹ ਨਾ ਜਵਾਬ ਦੇਵੇ ਤੇ ਨਾ ਹੀ ਕਰੇ, ਵੀ ਉਹ ਆਪਦੇ ਕੋਲੇ ਵੈਸੇ ਹੀ ਰੱਖੇ ਟੇਬਲ ਤੇ ਰੱਖੇ ਆਪਦੇ ਤੇ ਉਹ ਬਿੱਲ ਨੂੰ। ਤੇ ਤੀਜੀ ਕੀ ਹੈ ਵੀ ਉਹ ਸਾਈਨ ਕਰ ਦੇ। ਠੀਕ ਹੈ, ਸੋ ਆਹੀ ਚੀਜ਼ ਇੱਥੇ ਲਿਖੀ ਹੈ, when bill is sent to the president after it has been passed by parliament he can, ਪਹਿਲਾ ਪੁਆਇੰਟ ਕੀ ਹੈ give his assent to the bill, ਦੂਜਾ ਕੀ ਹੈ withhold ਦਾ ਮਤਲਬ ਹੁੰਦਾ ਆਪਦੇ ਕੋਲੇ ਰੱਖਣਾ, ਵੀ ਕੁਛ ਨਾ ਕਹਿਣਾ ਹਨਾ, ਵੀ ਕੋਈ ਰਿਸਪੌਂਸ ਨਾ ਦੇਣਾ। withhold ਦਾ ਮਤਲਬ ਕੀ ਹੁੰਦਾ, ਕੋਈ ਰਿਸਪੌਂਸ ਨਾ ਕਰਨਾ। withhold his assent to the bill। ਠੀਕ ਹੈ, ਤੀਜਾ ਕੀ ਆ ਔਰ ਰਿਟਰਨ ਦਾ ਬਿੱਲ ਫਾਰ ਰੀਕਨਸੀਡਰੇਸ਼ਨ। ਸੌਰੀ ਇੱਕ ਹੋਰ, ਹਾਂ ਇੱਕ ਪੋਸੀਬਿਲਿਟੀ ਹੋਰ ਕੀ ਆ ਵੀ ਉਹ ਬਿੱਲ ਨੂੰ ਵਾਪਸ ਭੇਜ ਦੇ ਪਾਰਲੀਮੈਂਟ ਕੋਲੇ, ਵੀ ਤੁਸੀਂ ਇਹਨੂੰ ਦੁਬਾਰਾ ਸੋਚੋ ਇਹਦੇ ਬਾਰੇ ਵੀ ਇਹ ਆਪਾਂ ਨੂੰ ਲੋੜ ਹੈਗੀ ਇਹ ਚੀਜ਼ ਦੀ, ਜਾਂ ਇਹ ਚੀਜ਼ ਦਾ ਨਾਲ ਵਾਕਈ ਲੋਕਾਂ ਦਾ ਫਾਇਦਾ ਹੋਊਗਾ। ਠੀਕ ਹੈ, ਸੋ ਪਾਰਲੀਮੈਂਟ ਨੂੰ ਕੀ ਕਹਿ ਸਕਦਾ, ਰੀਕਨਸੀਡਰ ਕਰਨ ਵਾਸਤੇ। ਪਰ ਜੇ ਪਾਰਲੀਮੈਂਟ ਨੇ ਫਿਰ ਉਹੀ ਬਿੱਲ ਦੁਬਾਰਾ ਪਾਸ ਕਰਤਾ ਰੀਕਨਸੀਡਰ ਕਰਨ ਤੋਂ ਬਾਅਦ, ਫਿਰ ਅਗਲੀ ਵਾਰੀ ਪ੍ਰੈਜ਼ੀਡੈਂਟ ਲਈ ਜ਼ਰੂਰੀ ਹੈ ਵੀ ਤੂੰ ਸਾਈਨ ਕਰਨੇ ਪੈਣਗੇ ਪ੍ਰੈਜ਼ੀਡੈਂਟ। ਠੀਕ ਹੈ। ਸਮਝ ਲੱਗੀ? ਹਾਂ। to return the bill for reconsideration of the parliament, however if the bill is passed again by the parliament, ਜੇ ਦੁਬਾਰਾ ਉਹਨਾਂ ਨੇ ਪਾਸ ਕਰਤਾ ਹਨਾ, ਭਾਵੇਂ ਉਹਦੇ ਚ ਕੋਈ ਅਮੈਂਡਮੈਂਟ ਕੀਤੀ ਹੈ ਭਾਵੇਂ ਨਹੀਂ ਕੀਤੀ, the parliament has to give his assent to the bill, president has to give his assent to the bill। ਸਮਝ ਲੱਗ ਗਈ ਆ ਪੁਆਇੰਟ ਦੀ ਕਿ ਨਹੀਂ ਲੱਗੀ? ਹਾਂ ਬਈ ਲੱਗ। ਮੈਂ ਦੁਬਾਰਾ ਇੱਕ ਵਾਰੀ ਤੁਹਾਨੂੰ ਰਿਪੀਟ ਕਰਾਉਣਾ ਵੀ ਵੇਖੋ, ਪ੍ਰਾਇਰ ਕੰਸੈਂਟ ਪਹਿਲਾਂ ਦੱਸੋ ਕਿਹੜੇ ਕਿਹੜੇ ਬਿੱਲਾਂ ਚਾਹੀਦੀ ਹੈ? ਪ੍ਰਾਇਰ ਕੰਸੈਂਟ ਆਫ ਪ੍ਰੈਜ਼ੀਡੈਂਟ ਇਜ਼ ਨੀਡਡ, ਹੈ ਨਾ? ਕਿਹਦੇ ਕਿਹਦੇ ਵਾਸਤੇ ਚਾਹੀਦੇ ਦੱਸੋ? ਮਨੀ ਬਿੱਲ ਵਾਸਤੇ ਤੇ ਸਟੇਟ ਰੀਆਰਗੇਨਾਈਜੇਸ਼ਨ ਬਿੱਲ ਵਾਸਤੇ। ਸਮਝ ਲੱਗੀ? ਤੇ ਜਿਹੜੀ ਦੂਜੀ ਆ ਆਮ ਬਿੱਲ, ਜਦੋਂ ਪਾਸ ਹੋ ਗਿਆ ਹਨਾ, ਪਾਰਲੀਮੈਂਟ ਨੇ ਪਾਸ ਕਰਤਾ, ਉਦੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਕੋਲ ਕਿਹੜੀਆਂ ਜਦੋਂ ਬਿੱਲ ਜਾਊਗਾ ਉਹਦੇ ਕੋਲ ਕਿਹੜੀਆਂ ਪੋਸੀਬਿਲਿਟੀਆਂ, ਉਹ ਜਾਂ ਤਾਂ ਉਸ ਬਿੱਲ ਨੂੰ ਸਾਈਨ ਕਰ ਦੇ, ਉਹ ਤਾਂ ਗੱਲ ਖਤਮ ਹੀ ਹੋ ਗਈ, ਕਾਨੂੰਨ ਬਣ ਗਿਆ ਬਿੱਲ। ਠੀਕ ਹੈ, ਐਦਰ ਗਿਵ ਹਿਜ਼ ਅਸੈਂਟ ਟੂ ਦਾ ਬਿੱਲ, ਸਿੱਧੀ ਅਸੈਂਟ ਦੇਤੀ, ਓਕੇ ਹੋ ਗਿਆ। ਦੂਜੀ ਪੋਸੀਬਿਲਿਟੀ ਕੀ ਹੈ ਵੀ ਉਹ ਵਿਦ ਹੋਲਡ ਕਰ ਲੇ, ਉਹ ਆਪਦੇ ਕੋਲੇ ਰੱਖ ਲੇ, ਰੱਖੇ ਵਿਦ ਹੋਲਡ ਕਰ ਲਿਆ ਹਨਾ ਆਪਦੀ ਅਸੈਂਟ ਨੂੰ। ਇੱਕ ਤਾਂ ਗਿਵ ਹਿਜ਼ ਅਸੈਂਟ, ਆਪਦੀ ਅਸੈਂਟ ਦੇਤੀ, ਆਪਦੀ ਮਨਜ਼ੂਰੀ ਦੇਤੀ। ਅਸੈਂਟ ਕੀ ਹੁੰਦਾ, ਮਨਜ਼ੂਰੀ ਹੁੰਦਾ। ਪਹਿਲੀ ਪੋਸੀਬਿਲਿਟੀ ਕੀ ਆ ਵੀ ਆਪਦੀ ਅਸੈਂਟ ਦੇਤੀ, ਦੂਜੀ ਵਿਦ ਹੋਲਡ ਕਰ ਲਈ ਅਸੈਂਟ ਨੂੰ, ਕੁਝ ਨਹੀਂ ਦੱਸਿਆ। ਤੀਜੀ ਕੀ ਸੀ, ਤੀਜੀ ਪੋਸੀਬਿਲਿਟੀ ਕੀ ਸੀ, ਉਹਨੇ ਸਿੱਧਾ ਹੀ ਰਿਜੈਕਟ ਕਰਤਾ, ਮੈਂ ਸਾਈਨ ਨਹੀਂ ਕਰਦਾ। ਤੀਜੀ ਉਹ ਪਹਿਲੀ ਮੈਂ ਸਾਈਨ ਵਾਲੀ ਦੱਸਦੀ ਸੀ ਨਾ, ਪਹਿਲੇ ਚ ਸਾਈਨ ਕਰਤੇ ਉਹਨੇ, ਦੂਜੇ ਚ ਆਪਦੇ ਕੋਲੇ ਰੱਖ ਲਈ, ਤੀਜੇ ਚ ਉਹਨੇ ਜਵਾਬ ਹੀ ਦੇਤਾ ਵੀ ਮੈਂ ਨਹੀਂ ਕਰਦਾ। ਚੌਥੀ ਇਹ ਆ ਵੀ ਉਹਨੇ ਜਵਾਬ ਨਹੀਂ ਦਿੱਤਾਗਾ, ਉਹਨੇ ਕਿਹਾ ਯਾਰ ਵੀ ਇਹ ਬਿੱਲ ਨਾ ਜਿਹੜਾ ਵੀ ਇਹਦੇ ਚ ਮੈਨੂੰ ਲੱਗਦਾ ਵੀ ਇਹ ਤੇ ਆਪਾਂ ਨੂੰ ਦੁਬਾਰਾ ਸੋਚਣ ਦੀ ਲੋੜ ਆ ਹਨਾ, ਉਹਨੇ ਰੀਕਨਸੀਡਰੇਸ਼ਨ ਵਾਸਤੇ ਭੇਜਤਾ ਪਾਰਲੀਮੈਂਟ। ਜਦੋਂ ਪਾਰਲੀਮੈਂਟ ਦੀ ਰੀਕਨਸੀਡਰੇਸ਼ਨ ਵਾਸਤੇ ਭੇਜਿਆ ਵੀ ਤੁਸੀਂ ਇਹਨੂੰ ਦੁਬਾਰਾ ਵੇਖੋ ਵੀ ਇਹ ਚੀਜ਼ ਦੀ ਆਪਾਂ ਨੂੰ ਲੋੜ ਆ ਹਨਾ, ਉਹ ਦੁਬਾਰਾ ਉੱਥੇ ਬਹਿਸ ਹੋਊਗੀ ਹਨਾ। ਹੋ ਸਕਦਾ ਵੀ ਪਾਰਲੀਮੈਂਟ ਕੋਈ ਨਾ ਕੋਈ ਉਹਦੇ ਚ ਅਮੈਂਡਮੈਂਟ ਕਰਦੇ, ਕੋਈ ਸੋਧ ਕਰਦੇ ਉਹ ਬਿੱਲ 'ਚ, ਤੇ ਹੋ ਸਕਦਾ ਉਹ ਨਾ ਵੀ ਕਰੇ। ਤੇ ਪਰ ਜੇ ਪਾਰਲੀਮੈਂਟ ਨੇ ਦੁਬਾਰਾ ਫੇਰ ਪਾਸ ਕਰਤਾ, ਉਹੀ ਸੇਮ ਬਿੱਲ ਹੀ ਕਰਤਾ ਜਾਂ ਮਾੜੀ ਮੋਟੀ ਅਮੈਂਡਮੈਂਟ ਨਾਲ ਕਰਤਾ, ਤੇ ਦੁਬਾਰਾ ਜਦੋਂ ਰਾਸ਼ਟਰਪਤੀ ਕੋਲੇ ਆਊਗਾ ਨਾ, ਉਦੋਂ ਰਾਸ਼ਟਰਪਤੀ ਨੂੰ ਸਾਈਨ ਕਰਨੇ ਹੀ ਪੈਣਗੇ।
ਉਦੋਂ ਰਾਸ਼ਟਰਪਤੀ ਨੂੰ ਸਾਈਨ ਕਰਨੇ ਪੈਣਗੇ, ਉਦੋਂ ਉੱਪਰਲੀਆਂ ਕਰਨੇ ਹੀ ਆਪਸ਼ਨਾਂ ਨਹੀਂ ਪੈਣਗੇ। ਹਾਂ, ਜਦੋਂ ਦੁਬਾਰਾ ਉਹਨਾਂ ਨੂੰ ਭੇਜਿਆ। ਪਹਿਲਾਂ ਕਰਦੇ ਰਿਐਕਟ ਨਾ। ਹਾਂ ਪਹਿਲੀਆਂ ਤਿੰਨਾਂ ਚੋਂ ਪਹਿਲਾਂ ਵਰਤ ਲਈ ਵੀ, ਪਹਿਲਾਂ ਭੇਜਦਾ ਹੀ ਨਾ ਉਹਨਾਂ ਨੂੰ ਰੀਕਨਸੀਡਰੇਸ਼ਨ ਵਾਸਤੇ, ਫਿਰ ਕੋਈ ਚੱਕਰ ਨਹੀਂ ਸੀਗਾ, ਫਿਰ ਰੱਖੀ ਰੱਖਦਾ ਉਹਦੇ ਕੋਲੇ ਜਿੰਨਾ ਮਰਜ਼ੀ। ਪਰ ਜੇ ਇੱਕ ਵਾਰੀ ਭੇਜਤਾ ਤੇ ਫਿਰ ਦੁਬਾਰਾ ਉਹਨੂੰ ਸਾਈਨ ਕਰਨੇ ਹੀ ਪੈਣੇ। ਕਰਨੇ ਹੀ ਪੈਣਗੇ। ਠੀਕ ਹੈ, ਸੋ ਇੱਥੋਂ ਤੱਕ ਲੈਜਿਸਲੇਟਿਵ ਪਾਵਰ ਆਪਣਾ ਕੰਪਲੀਟ ਹੋ ਗਿਆ, ਪ੍ਰੈਜ਼ੀਡੈਂਟ ਦੀਆਂ ਜਿਹੜੀਆਂ ਲੈਜਿਸਲੇਟਿਵ ਪਾਵਰ ਸੀਗੀਆਂ। ਠੀਕ ਹੈ, ਹੁਣ ਲੈਜਿਸਲੇਟਿਵ ਪਾਵਰ ਮੈਂ ਇੱਕ ਵਾਰੀ ਕੁਇਕਲੀ ਰਿਪੀਟ ਕਰਵਾਉਣਾ ਤੁਹਾਨੂੰ ਸਾਰਿਆਂ ਨੂੰ। ਪਹਿਲਾ ਕੀ ਸੀ ਵੀ ਉਹ ਸੰਮਣ ਤੇ ਪ੍ਰੋਰੋਗ ਕਰ ਸਕਦਾ ਪਾਰਲੀਮੈਂਟ ਦਾ ਸੈਸ਼ਨ। ਠੀਕ ਹੈ, ਤੇ ਨਾਲ ਹੀ ਕੀ ਕਰ ਸਕਦਾ, ਡਿਸੋਲਵ ਕਰ ਸਕਦਾ ਲੋਕ ਸਭਾ ਨੂੰ। ਦੋ ਚੀਜ਼ਾਂ ਹੋਣਗੀਆਂ, ਸੰਮਣ ਐਂਡ ਪ੍ਰੋਰੋਗ ਦਾ ਸੈਸ਼ਨ ਆਫ ਪਾਰਲੀਮੈਂਟ ਹੈ ਨਾ। ਫਿਰ ਦੂਜਾ ਕੀ ਸੀਗਾ ਵੀ ਡਿਸੋਲਵ ਕਰ ਸਕਦਾ ਲੋਕ ਸਭਾ ਨੂੰ। ਤੀਜਾ ਕੀ ਹੈ, ਨਹੀਂ ਇਹ ਜਦੋਂ ਇਹਦਾ ਜੀ ਕਰੇ ਉਦੋਂ ਹੀ ਭੰਗ ਕਰ ਸਕਦਾ ਬਾਈ ਕਿ ਜਦੋਂ ਨਹੀਂ ਬਈ, ਮੈਂ ਤੁਹਾਨੂੰ ਦੱਸਿਆ ਵੀ ਜਦੋਂ ਮੈਜੋਰਟੀ ਨਾ ਹੋਊਗੀ ਉਦੋਂ। ਜਦੋਂ ਮੇਜੋਰਟੀ ਨਹੀਂ। ਠੀਕ ਹੈ। ਠੀਕ ਹੈ, ਤੀਜਾ ਪੁਆਇੰਟ ਕੀ ਸੀ, ਹੋਰ ਕਾਸ ਨੂੰ ਸਮਨ ਕਰ ਸਕਦਾ ਜੁਆਇੰਟ ਸੈਸ਼ਨ ਨੂੰ, ਜਦੋਂ ਕੋਈ ਬਿੱਲ ਅੜ ਗਿਆ ਹਨਾ, ਪਾਸ ਨਾ ਹੁੰਦਾ ਹੋਇਆ, ਉਦੋਂ ਜੁਆਇੰਟ ਸੈਸ਼ਨ ਨੂੰ ਕਿਹੜੇ ਆਰਟੀਕਲ ਦੇ ਅੰਡਰ ਸਮਨ ਕਰਦਾ, ਆਰਟੀਕਲ 108 ਦੇ ਅੰਡਰ। ਫਿਰ ਚੌਥਾ ਪੁਆਇੰਟ ਕੀ ਹੈ ਇਹਦੇ ਚ ਬਈ ਜਿਹੜੀ ਪਾਰਲੀਮੈਂਟ ਆ, ਪਾਰਲੀਮੈਂਟ ਦਾ ਨਵੀਂ ਪਾਰਲੀਮੈਂਟ ਹੋਊਗਾ ਉਹਦਾ ਹਰੇਕ ਸੈਸ਼ਨ ਨਵੀਂ ਪਾਰਲੀਮੈਂਟ ਦਾ ਪਹਿਲਾ ਸੈਸ਼ਨ ਤੇ ਪਲੱਸ ਹਰੇਕ ਸਾਲ ਦਾ ਪਹਿਲਾ ਸੈਸ਼ਨ ਹੈ ਨਾ, ਬਜਟ ਸੈਸ਼ਨ ਦਾ, ਉਹਨੂੰ ਐਡਰੈਸ ਕਰੂਗਾ। ਓਕੇ, ਹਾਂ ਬਈ। ਫਿਰ ਉਦੋਂ ਬਾਅਦ ਦੇ ਚ ਅਗਲਾ ਕਿਹੜਾ ਆ ਗਿਆ ਵੀ ਉਹ ਜੇ ਮੰਨ ਕੇ ਚਲੋ ਸਪੀਕਰ ਡਿਪਟੀ ਸਪੀਕਰ ਹੈ ਨਹੀਂ ਗੇ, ਐਬਸੈਂਟ ਆ ਹਾਊਸ ਦੇ ਵਿੱਚ, ਤੇ ਉਹ ਕਿਸੇ ਵੀ ਮੈਂਬਰ ਨੂੰ ਅਪਾਇੰਟ ਕਰ ਸਕਦਾ ਐਜ਼ ਸਪੀਕਰ ਔਰ ਚੇਅਰਮੈਨ, ਹਨਾ ਵੀ ਦੋਵਾਂ ਹਾਊਸਸ ਦੇ ਵਿੱਚ ਹੀ ਇਹ ਚੀਜ਼ਾਂ ਚੱਲਦੀਆਂ। ਫਿਰ ਉਦੋਂ ਅਗਲਾ ਪੁਆਇੰਟ ਕਿਹੜਾ ਵੀ 12 ਮੈਂਬਰਾਂ ਨੂੰ ਉਹ ਕੀ ਕਰਦਾ, ਰਾਜ ਸਭਾ ਦੇ ਵਿੱਚ ਨੋਮੀਨੇਟ ਕਰਦਾ, ਤੇ 2 ਮੈਂਬਰਾਂ ਨੂੰ ਲੋਕ ਸਭਾ 'ਚ ਨੋਮੀਨੇਟ ਕਰਦਾ ਸੀ, ਪਰ ਹੁਣ ਇਹ ਚੀਜ਼ ਤੁਹਾਨੂੰ ਦੱਸਿਆ ਵੀ ਖਤਮ ਹੋ ਗਈ ਐਂਗਲੋ ਇੰਡੀਅਨ ਵਾਲੀ। ਫਿਰ ਉਦੋਂ ਬਾਅਦ ਵਿੱਚ ਕੀ ਆ ਵੀ ਉਹ ਡਿਸਕੁਆਲੀਫਾਈ ਕਰ ਸਕਦਾ ਕਿਸੇ ਵੀ ਮੈਂਬਰ ਨੂੰ, ਪਰ ਕਿਹਦੀ ਸਲਾਹ ਨਾਲ, ਇਲੈਕਸ਼ਨ ਕਮਿਸ਼ਨ ਦੀ ਸਲਾਹ ਦੇ ਨਾਲ। ਠੀਕ ਹੈ, ਤੇ ਉਦੋਂ ਬਾਅਦ ਵਿੱਚ ਕੀ ਹੈ ਵੀ ਜਿਹੜੀ ਅਸੈਂਟ ਦੇਣੀ ਹੈ ਹਨਾ, ਅਸੈਂਟ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਪ੍ਰਾਇਰ ਅਸੈਂਟ ਹੁੰਦੀ ਹੈ, ਇੱਕ ਪੋਸਟ ਅਸੈਂਟ ਹੁੰਦੀ ਹੈ। ਪ੍ਰਾਇਰ ਅਸੈਂਟ ਹੁੰਦੀ ਹੈ ਜਿਹੜੀ ਪਹਿਲਾਂ ਮਨਜ਼ੂਰੀ ਦੇਣੀ, ਪੋਸਟ ਅਸੈਂਟ ਹੁੰਦੀ ਹੈ ਬਾਅਦ ਚ ਦੇਣੀ, ਹਨਾ। ਜਿਵੇਂ ਹੁਣ ਮਨੀ ਬਿੱਲ ਆ ਤੇ ਸਟੇਟ ਰੀਆਰਗੇਨਾਈਜੇਸ਼ਨ ਬਿੱਲ ਆ, ਇਹਨਾਂ ਦੋਵਾਂ ਬਿੱਲਾਂ ਦੇ ਵਿੱਚ ਰਾਸ਼ਟਰਪਤੀ ਨੇ ਪਹਿਲਾਂ ਹੀ ਅਸੈਂਟ ਦੇ ਦਿੱਤੀ ਆ। ਠੀਕ ਹੈ, ਤੇ ਜਿਹੜੇ ਪੋਸਟ ਅਸੈਂਟ ਦੇ ਵਿੱਚ ਬਾਅਦ ਚ ਵੀ ਦੇਣੀ ਹੁੰਦੀ, ਬਾਅਦ ਚ ਯਾਰ ਉਹ ਜਿਹੜਾ ਸਾਈਨ ਕਰਦਾ ਉਹ ਹੋਰ ਕੀ ਹੁੰਦਾ। ਨਹੀਂ ਪਹਿਲਾਂ ਵੀ ਦੇਣੀ ਹੁੰਦੀ ਤੇ ਬਾਅਦ ਚੋਂ ਵੀ, ਦੋਨਾਂ 'ਚ ਹੀ ਦੇਣੀ ਹੁੰਦੀ ਆ ਜਿਹੜੀ ਯਾਰ ਉਹ ਸਟੇਟ ਇਹਨਾਂ 2 ਬਿੱਲਾਂ ਦੇ ਵਿੱਚ ਹੀ, ਹਾਂ ਇਹਨਾਂ ਦੇ ਵਿੱਚ, ਹਾਂ ਬਾਅਦ ਵਾਲੀ ਤਾਂ ਉਹਨੂੰ ਫਿਰ ਕਰਨੀ ਪੈਂਦੀ ਹੈ ਨਾ, ਜਦੋਂ ਪਹਿਲਾਂ ਹੀ ਉਹ ਤੋਂ ਸਹਿਮਤੀ ਲੈ ਕੇ ਉਹਨਾਂ ਨੇ ਬਿੱਲ ਉਹ ਭੇਜਿਆ, ਤੇ ਬਾਅਦ ਚ ਤੁਹਾਨੂੰ ਸਾਈਨ ਕਰਨੇ ਹੀ ਪੈਣਗੇ ਇਹਦੇ 'ਚ ਇਹਨੂੰ ਕਰਨੇ ਹੀ ਪੈਣੇ ਇਹਨਾਂ ਦੋਵਾਂ ਕੇਸਾਂ 'ਚ। ਬਾਕੀ ਉਹ ਜਿਹੜਾ ਤੁਹਾਨੂੰ ਪੁਆਇੰਟ ਉਹ ਬੋਲ ਹੀ ਦਿੱਤੇ ਆ, ਲੈਕਚਰ ਨਾ ਹੁਣ ਖਤਮ ਹੋਣ ਵਾਲਾ, ਤਾਂ ਕਰਕੇ ਚਲੋ